ਅੱਜ ਆਪਾਂ ਲੈ ਕੇ ਆਏ ਹਾਂ ਨੈਕਸਟ ਪਾਰਟ ਜਿਹੜਾ ਆਪਣਾ ਚੱਲ ਰਿਹਾ ਸੀਗਾ ਸੀਰੀਜ਼ ਵਿਟਾਮਿਨ ਦੇ ਉੱਪਰ, ਜਿਹਦੇ ਵਿੱਚ ਆਪਾਂ ਪੜ੍ਹ ਰਹੇ ਹਾਂ ਵਿਟਾਮਿਨ ਦੀ ਡੈਫੀਸ਼ੀਐਂਸੀ ਵਗੈਰਾ। ਨਾਲ ਹੀ ਆਪਾਂ ਪੜ੍ਹ ਰਹੇ ਹਾਂ ਕਿ ਉਹਦਾ ਵਿਗਿਆਨਿਕ ਨਾਮ ਕਿਹੜਾ ਹੈ ਤੇ ਉਹਦੇ ਉੱਪਰ ਕਿਵੇਂ ਕੁਐਸਚਨ ਬਣ ਸਕਦਾ ਹੈ। ਤੇ ਹੁਣ ਤੱਕ ਆਈ ਹੋਪ ਤੁਸੀਂ ਦੋਨੇ ਪਾਰਟ ਦੇਖ ਲਏ ਹੋਣਗੇ ਤੇ ਬਹੁਤ ਚੰਗੀ ਤਰ੍ਹਾਂ ਸਮਝ ਲਏ ਹੋਣਗੇ, ਕਿਉਂਕਿ ਜਿੰਨੇ ਵੀ ਪੇਪਰ ਹੈ ਚਾਹੇ ਸਾਇੰਸ ਦੇ ਨਾਲ ਰਿਲੇਟਡ ਨੇ, ਚਾਹੇ ਬਾਬਾ ਫਰੀਦ ਯੂਨੀਵਰਸਿਟੀ ਦੇ ਨਾਲ ਰਿਲੇਟਡ ਨੇ, ਚਾਹੇ ਕੋਈ ਮੈਡੀਕਲ ਦਾ ਐਂਟਰੈਂਸ ਹੈ, ਉਹਦੇ ਵਿੱਚ ਵਿਟਾਮਿਨ ਤੋਂ ਘੱਟੋ ਘੱਟ 5-7 ਕੁਐਸਚਨ ਪੁੱਛੇ ਜਾਂਦੇ ਆ। ਤਾਂ ਹੀ ਮੈਂ ਇੰਨੀ ਸਲੋ ਕਰਵਾ ਰਿਹਾ ਤੇ ਪੂਰੀ ਡਿਟੇਲ ਦੇ ਵਿੱਚ ਜਾ ਕੇ ਕਰਵਾ ਰਿਹਾ। ਆਈ ਹੋਪ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਰਹੇ ਹੋਵੋਗੇ ਤੇ ਤੁਹਾਡੇ ਆਉਣ ਵਾਲੇ ਪੇਪਰ ਦੇ ਵਿੱਚ ਇਹ ਤੁਹਾਨੂੰ ਬਹੁਤ ਹੈਲਪਫੁਲ ਹੋਣਗੇ। ਚਲੋ ਸਟਾਰਟ ਕਰਦੇ ਹਾਂ। ਨੈਕਸਟ ਪਾਰਟ ਦੇ ਵਿੱਚ ਜਿਹੜੇ ਵਿਟਾਮਿਨ ਰਹਿ ਗਏ ਅੱਜ ਆਪਾਂ ਸਾਰੇ ਪੜ੍ਹ ਲੈਣੇ ਆ। ਅੱਜ ਆਪਣਾ ਵਿਟਾਮਿਨ ਵਾਲਾ ਚੈਪਟਰ ਹੋ ਜਾਊਗਾ ਫਿਨਿਸ਼ ਖਤਮ। ਨੈਕਸਟ ਦੇਖਦੇ ਹਾਂ। ਨੈਕਸਟ ਆਪਾਂ ਜਿਹੜੇ ਵਿਟਾਮਿਨ ਦੀ ਗੱਲ ਕਰਨੀ ਆ ਰਾਜੇ, ਉਹ ਹੈਗਾ ਵਿਟਾਮਿਨ B3। ਹੁਣ B3 ਦੀ ਗੱਲ ਕਰਦੇ ਆ ਤਾਂ ਕਹਿੰਦਾ ਵਿਟਾਮਿਨ ਜਿਹੜਾ B3 ਹੈ ਉਹ ਕੀ ਹੈ, ਵਿਟਾਮਿਨ B ਦੇ ਜਿੰਨੇ ਵੀ ਕੰਪਲੈਕਸ ਹੈ ਉਹਨਾਂ ਵਿੱਚੋਂ ਜਿਹੜੇ ਆਪਾਂ 8 ਪੜ੍ਹੇ ਆ, ਠੀਕ ਹੈ, ਅਲੱਗ-ਅਲੱਗ, ਉਹਨਾਂ ਵਿੱਚੋਂ ਕੀ ਆ ਇੱਕ ਹੈ ਜਿਹੜਾ ਕਿ ਪਾਣੀ ਦੇ ਵਿੱਚ ਘੁਲਣਸ਼ੀਲ ਵਿਟਾਮਿਨ ਹੈ। ਤਾਂ ਦੇਖੋ B ਹੋ ਗਿਆ C ਹੋ ਗਿਆ, ਦੋਨੇ ਪਾਣੀ ਦੇ ਵਿੱਚ ਕੀ ਨੇ, ਘੁਲਣਸ਼ੀਲ ਨੇ। ਤਾਂ ਇਸ ਕਰਕੇ ਮੈਂ ਵਾਰ-ਵਾਰ ਹਰ ਇੱਕ ਵਿਟਾਮਿਨ ਦੇ ਵਿੱਚ ਬੋਲਦਾ। ਉਹ ਇਸ ਕਰਕੇ ਬੋਲਦਾ ਕਿ ਇਹ ਤੁਹਾਡੇ ਮਤਲਬ ਦਿਮਾਗ 'ਚ ਬੈਠ ਜਾਵੇ ਜਦੋਂ ਵੀ ਕੋਈ ਪਾਣੀ ਦੇ ਉੱਪਰ ਜਾਂ ਫੈਟ ਦੇ ਉੱਪਰ ਆ ਜਾਵੇ ਕਿ ਕਿਹੜਾ ਪਾਣੀ 'ਚ ਘੁਲਣਸ਼ੀਲ ਹੈ, ਕਿਹੜਾ ਚਰਬੀ 'ਚ ਘੁਲਣਸ਼ੀਲ ਹੈ, ਤਾਂ ਤੁਹਾਨੂੰ ਉੱਥੇ ਕੋਈ ਕਨਫਿਊਜ਼ਨ ਨਾ ਹੋਵੇ। ਕਿਉਂਕਿ ਜਦੋਂ ਆਪਾਂ ਕੋਈ ਚੀਜ਼ ਵਾਰ-ਵਾਰ ਰਿਪੀਟ ਕਰਦੇ ਆ ਨਾ, ਉਹ ਆਪਣੇ ਕੀ ਹੈ ਦਿਮਾਗ ਦੇ ਵਿੱਚ ਘਰ ਕਰ ਜਾਂਦੀ ਹੈ, ਚੰਗੀ ਤਰ੍ਹਾਂ ਆਪਣੇ ਦਿਮਾਗ 'ਚ ਬੈਠ ਜਾਂਦੀ ਹੈ। ਨੈਕਸਟ ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਵਿਟਾਮਿਨ B3 ਹੈ ਉਹ 3 ਰੂਪ ਦੇ ਵਿੱਚ ਪਾਇਆ ਜਾਂਦਾ ਹੈ। ਕਿ 3 ਉਹਦੇ ਵੱਖਰੇ ਵੱਖਰੇ ਕੀ ਨੇ ਰੂਪ ਨੇ, ਕਿਹੜੇ ਨੇ ਰਾਜੇ? ਫਸਟ ਹੈਗਾ ਨਿਆਸਿਨ, ਠੀਕ ਹੈ। ਨਿਆਸਿਨ ਕੀ ਹੈ? ਇੱਕ ਜਿਹਨੂੰ ਆਪਾਂ ਨਿਕੋਟਿਨਿਕ ਐਸਿਡ ਵੀ ਕਹਿ ਦਿੰਦੇ ਆ, ਠੀਕ ਹੈ। ਜਸਟ ਤੁਸੀਂ ਨਾਮ ਯਾਦ ਰੱਖ ਲਿਓ। ਜੇ ਕਿਤੇ ਕਈ ਵਾਰ ਪੁੱਛਿਆ ਜਾਂਦਾ ਹੈ ਕਿ ਵਿਟਾਮਿਨ B3 ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ, ਤਾਂ ਆਪਸ਼ਨ ਦੇ ਵਿੱਚ ਜੇ ਨਿਆਸਿਨ ਪਿਆ ਹੋਇਆ ਤਾਂ ਆਪਸ਼ਨ ਕੀ ਆ ਜਾਊਗੀ ਆਪਣੀ? ਨਿਆਸਿਨ ਆ ਜਾਊਗੀ। ਜੇ ਨਿਆਸਿਨ ਨਾ ਪਿਆ ਹੋਇਆ ਤਾਂ ਕੀ ਪਿਆ ਹੋਊਗਾ? ਨਿਕੋਟਿਨਿਕ ਐਸਿਡ ਪਿਆ ਹੋਊਗਾ। ਜਾਂ ਕੀ ਹੋ ਸਕਦਾ ਹੈ? ਨਿਆਸਿਨਮਾਈਡ ਹੋ ਸਕਦਾ ਹੈ, ਜਾਂ ਕੀ ਹੋ ਸਕਦਾ? ਨਿਕੋਟਿਨਮਾਈਡ ਰਿਬੋਸਾਈਡ ਹੋ ਸਕਦਾ ਹੈ। ਤਾਂ ਤਿੰਨੇ ਨਾਮ ਬਹੁਤ ਇੰਪੋਰਟੈਂਟ ਹੋ ਜਾਣਗੇ, ਕਿਉਂਕਿ ਵੈਸੇ ਤਾਂ ਇਹਦਾ ਵਿਗਿਆਨਿਕ ਨਾਮ ਕੀ ਹੈ? ਨਿਆਸਿਨ ਹੈ। ਪਰ ਕੀ ਹੈ ਪੇਪਰ ਦੇ ਵਾਸਤੇ ਜੇ ਪੇਪਰ ਘੁਮਾ ਕੇ ਪਾਉਣਾ ਹੋਇਆ ਤਾਂ ਕੋਈ ਵੀ ਨਾਮ ਪੁੱਛਿਆ ਜਾ ਸਕਦਾ। ਤੁਹਾਨੂੰ ਹਰ ਇੱਕ ਨਾਮ ਪਤਾ ਹੋਣਾ ਕੰਪਲਸਰੀ ਹੈ, ਜ਼ਰੂਰੀ ਹੈ। ਤਾਂ ਦੇਖਦੇ ਹਾਂ ਆਪਾਂ, ਕੁਐਸਚਨ ਵੀ ਬਣ ਸਕਦਾ। ਉਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਹੁਣ ਇਹਦੇ ਵਿੱਚ ਕੰਮ ਕੀ ਕਰਦਾ ਇਹ। ਕਹਿੰਦਾ ਜਿਹੜਾ ਵਿਟਾਮਿਨ B3 ਹੈ ਕਹਿੰਦਾ ਉੱਚ ਮਹੱਤਵ ਰੱਖਦਾ ਹੈ। ਉੱਚ ਮਹੱਤਵ ਕਿਉਂ ਰੱਖਦਾ ਹੈ? ਕਿਉਂਕਿ ਇਹ ਤੰਤੂ ਪ੍ਰਣਾਲੀ ਹੁੰਦੀ ਹੈ ਆਪਣਾ ਨਿਊਰੋਲੋਜੀਕਲ ਸਿਸਟਮ ਜਿਹੜਾ ਹੁੰਦਾ ਹੈ ਨਾ, ਦਿਮਾਗੀ ਸਿਸਟਮ, ਜਿੱਥੇ ਆਪਾਂ ਸਾਰਾ ਕੁਝ ਬੋਡੀ ਨੂੰ ਕੰਟਰੋਲ ਕਰਦੇ ਹਾਂ, ਉਹਦੇ ਵਾਸਤੇ। ਡਾਈਜੈਸਟਿਵ ਸਿਸਟਮ ਹੋ ਗਿਆ, ਪਾਚਨ ਪ੍ਰਣਾਲੀ ਆਪਣੀ। ਕੈਸਟਰੋਲ ਕਹਿੰਦਾ ਹੋ ਗਿਆ, ਚਮੜੀ ਹੋ ਗਈ। ਵਾਲਾਂ ਵਾਸਤੇ ਕੀ ਕਹਿੰਦਾ ਇੱਕ ਬਹੁਤ ਵਧੀਆ ਕੀ ਹੈ, ਜ਼ਰੂਰੀ ਹੈ, ਕੌਣ? ਵਿਟਾਮਿਨ B3। ਇਸ ਤੋਂ ਬਾਅਦ ਕਹਿੰਦਾ ਵੀ ਹੋਰ ਸਾਰੇ ਵਿਟਾਮਿਨਾਂ ਦੀ ਤਰ੍ਹਾਂ ਕਹਿੰਦਾ ਵਿਟਾਮਿਨ B3 ਹੋਰ ਕੀ ਕੰਮ ਕਰਦਾ? ਕਹਿੰਦਾ ਊਰਜਾ ਨੂੰ ਸੰਸ਼ਲੇਸ਼ਿਤ ਕਰਨ ਲਈ ਭੋਜਨ ਨੂੰ ਤੋੜਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਤਾਂ ਰਾਜੇ ਤੁਹਾਨੂੰ ਪਤਾ ਹੀ ਹੈ ਕਾਰਬੋਹਾਈਡਰੇਟ ਵਗੈਰਾ ਹੋ ਗਏ, ਉਹਨਾਂ ਨੂੰ ਕੀ ਆ ਤੋੜ ਕੇ ਭੋਜਨ ਤੋਂ ਕੀ ਬਣਾਉਂਦੇ ਆਪਾਂ? ਊਰਜਾ ਵਗੈਰਾ ਦਿੰਦੇ ਕਿਹਨੂੰ? ਬੋਡੀ ਨੂੰ ਕੰਮ ਕਰਨ ਦੀ ਸਮਰੱਥਾ ਵਾਸਤੇ। ਤਾਂ ਇਹ ਵੀ ਬਾਕੀ ਵਿਟਾਮਿਨਾਂ ਦੀ ਤਰ੍ਹਾਂ ਕੰਮ ਕਰਦਾ। ਜੋ ਬਾਕੀ ਵਿਟਾਮਿਨ ਕੰਮ ਕਰਦੇ ਆ ਇਹ ਵੀ ਉਹਨਾਂ ਦੀ ਤਰ੍ਹਾਂ ਕੀ ਕਰਦਾ? ਊਰਜਾ ਬਣਾਉਣ ਦੇ ਵਿੱਚ ਸਹਾਈ ਹੁੰਦਾ ਸਰੀਰ ਨੂੰ। ਨੈਕਸਟ ਦੇਖਦੇ ਹਾਂ ਆਪਾਂ। ਕਹਿੰਦਾ ਹੋਰ ਪਾਣੀ ਘੁਲਣਸ਼ੀਲ ਵਿਟਾਮਿਨਾਂ ਦੀ ਤਰ੍ਹਾਂ ਕਹਿੰਦਾ ਇਹ ਵਿਟਾਮਿਨ ਵੀ ਕੀ ਹੈ? ਕਹਿੰਦਾ ਸਰੀਰ ਦੇ ਵਿੱਚੋਂ ਹਰ ਰੋਜ਼ ਬਾਥਰੂਮ ਮਤਲਬ ਯੂਰਿਨ ਰਾਹੀਂ ਬਾਹਰ ਆ ਜਾਂਦਾ। ਇਸ ਲਈ ਇਸ ਦੀ ਘਾਟ ਨੂੰ ਰੋਕਣ ਲਈ ਵਿਟਾਮਿਨ B3 ਭੋਜਨ ਵਿਕਲਪ ਨਾਲ ਭਰਪੂਰ ਖੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ। ਤਾਂ ਰਾਜੇ ਜਿੱਥੇ ਵੀ ਗੱਲ ਆ ਜੂਗੀ ਵਾਟਰ ਵਾਲੇ ਦੀ, ਪਾਣੀ ਵਾਲੇ ਦੀ, ਘੁਲਣਸ਼ੀਲ ਵਾਲੇ ਦੀ, ਤਾਂ ਉੱਥੇ ਆਟੋਮੈਟਿਕਲੀ ਕੀ ਹੋਊਗਾ? ਉਹਦਾ ਜਿਹੜਾ ਮਾਤਰਾ ਹੈ ਡੇਲੀ ਆਪਾਂ ਨੂੰ ਕੀ ਕਰਨੀ ਪਊਗੀ, ਠੀਕ ਹੈ, ਖਾਣਾ ਪਊਗਾ ਉਹ ਭੋਜਨ ਜਿਹਦੇ ਵਿੱਚ ਕੀ ਹੋਵੇ? ਵਿਟਾਮਿਨ B3 ਹੋਵੇ। ਕਿਉਂਕਿ ਇਹ ਕੀ ਆ ਆਪਣੇ ਪਾਣੀ ਦੇ ਵਿੱਚ ਘੁਲਣਸ਼ੀਲ ਹੈ, ਤਾਂ ਇਹ ਵੇਸਟੇਜ ਦੇ ਰਾਹੀਂ ਕੀ ਹੋ ਜਾਂਦਾ? ਬਾਹਰ ਹੋ ਜਾਂਦਾ। ਤਾਂ ਇਹਦੀ ਕਮੀ ਨੂੰ ਪੂਰਾ ਕਰਨ ਵਾਸਤੇ ਆਪਾਂ ਨੂੰ ਡੇਲੀ ਕੀ ਲੈਣਾ ਪਊਗਾ? ਉਹ ਭੋਜਨ ਜਿਹਦੇ ਵਿੱਚ ਕੀ ਹੋਵੇ? ਵਿਟਾਮਿਨ B ਹੋਵੇ, ਠੀਕ ਹੈ। ਤਾਂ ਨੈਕਸਟ ਦੇਖਦੇ ਹਾਂ
क्वेश्चन किस तरह आ सकता राजे, क्वेश्चन ये आया होया SSC ਦੇ ਵਿੱਚ ਆਇਆ, ਕਹਿੰਦਾ ਵਿਟਾਮਿਨ B3। ਤਾਂ ਦੇਖੋ B ਦੇ ਵਿੱਚ ਆਪਾਂ 8 ਕੀਤੇ ਆ, 8 ਦੇ 8 ਦੇ ਤੁਹਾਨੂੰ ਵਿਗਿਆਨਿਕ ਨਾਮ ਯਾਦ ਹੋਣੇ ਚਾਹੀਦੇ ਆ। ਬਾਕੀ ਮੈਂ ਕੋਸ਼ਿਸ਼ ਕਰੂੰਗਾ ਕਿ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਟ੍ਰਿਕ ਬਣਾ ਦੇਵਾਂ ਦੇਸੀ ਪੰਜਾਬੀ ਦੇ ਵਿੱਚ, ਤਾਂ ਜੋ ਤੁਹਾਨੂੰ ਯਾਦ ਰੱਖਣ ਦੇ ਵਿੱਚ ਆਸਾਨੀ ਹੋਵੇ। ਠੀਕ ਹੈ, ਤਾਂ B3 ਨੂੰ ਰਾਜੇ ਕਿਹਦੇ ਨਾਮ ਨਾਲ ਜਾਣਿਆ ਜਾਂਦਾ, ਸਾਰੇ ਕੀ ਨੇ B1 B2 B3 ਵਗੈਰਾ ਦੇ ਕੀ ਨੇ ਨਾਮ ਨੇ। ਤਾਂ ਪਰ ਗੱਲ ਕਿਹਦੀ ਕਰ ਰਿਹਾ ਹੁਣ, B3 ਦੀ ਗੱਲ ਕਰ ਰਿਹਾ। ਤਾਂ B3 ਦਾ ਨਾਮ ਕੀ ਹੈ, ਨਿਆਸਿਨ। ਤੁਹਾਨੂੰ ਮੈਂ ਦੱਸ ਕੇ ਹਟਿਆ ਹੋਣੀ, ਰਾਈਟ। ਤਾਂ ਯਾਦ ਰੱਖਣਾ ਪੇਪਰ ਦੇ ਵਾਸਤੇ ਵਿਗਿਆਨਿਕ ਨਾਮ ਤਾਂ ਬਹੁਤ ਹੀ ਮਹੱਤਵਪੂਰਨ ਰਹੂਗਾ। ਹੁਣ ਸੋਰਸ ਦੇਖਦੇ ਹਾਂ ਕਿੱਥੋਂ ਕਿੱਥੋਂ ਰਾਜੇ ਆਪਾਂ ਲੈ ਸਕਦੇ ਹਾਂ ਇਹਨੂੰ। ਆਪਾਂ ਜੇ ਆਪਾਂ ਸ਼ਾਕਾਹਾਰੀ ਭੋਜਨ ਦੀ ਗੱਲ ਕਰੀਏ ਤਾਂ ਜਿਵੇਂ ਮਸ਼ਰੂਮ ਜੋ ਹੋ ਗਏ, ਠੀਕ ਹੈ, ਮਸ਼ਰੂਮ ਵਗੈਰਾ ਤੁਸੀਂ, ਠੀਕ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਖੁੰਬਾਂ ਪੰਜਾਬੀ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਕਹਿੰਦਾ ਹਰੇ ਮਟਰ ਹੋ ਗਏ, ਬੀਨਸ ਹੋ ਗਏ। ਠੀਕ ਹੈ, ਬੀਨਸ ਹੋ ਗਈਆਂ ਜਿਵੇਂ ਫਲੀਆਂ ਵਗੈਰਾ, ਜਿਹਦੇ ਵਿੱਚ ਕੀ ਹੁੰਦੇ ਆ, ਦਾਣੇਦਾਰ ਭੋਜਨ ਹੁੰਦਾ। ਦਾਲਾਂ ਹੋ ਗਈਆਂ ਤੁਹਾਡੀਆਂ, ਅਦਰਕ ਹੋ ਗਿਆ, ਮਿਰਚ ਹੋ ਗਿਆ, ਆਲੂ ਦੇ ਵਿੱਚ ਸ਼ਾਮਲ ਹੈ। ਤੇ ਜੇ ਗਿਰੀਦਾਰ ਭੋਜਨ ਦੀ ਗੱਲ ਕਰ ਰਿਹਾ ਤਾਂ ਉਹਦੇ ਵਿੱਚ ਮੂੰਗਫਲੀ ਹੋ ਗਈ, ਕੱਦੂ ਦੇ ਬੀਜ ਹੋ ਗਏ, ਸੂਰਜਮੁਖੀ ਦੇ ਬੀਜ ਹੋ ਗਏ, ਅਨਾਜ ਹੋ ਗਿਆ, ਆਪਣਾ ਸਾਰਾ ਕੁਝ ਸ਼ਾਮਲ ਹੈ। ਤੇ ਜੇ ਗੱਲ ਕਰੂਗਾ ਡੈਰੀ ਦੇ ਸਰੋਤਾਂ ਦੀ, ਉਹਦੇ ਵਿੱਚ ਕੀ ਹੋਊਗਾ, ਦੁੱਧ, ਪਨੀਰ ਤੇ ਦਹੀਂ ਵਗੈਰਾ ਸ਼ਾਮਲ ਹੋ ਸਕਦੇ ਆ। ਤਾਂ ਬੇਸਿਕਲੀ ਜਿੰਨੇ ਵੀ ਵਿਟਾਮਿਨ ਨੇ ਰਾਜੇ ਸਭ ਦੇ ਸੋਰਸਿਸ ਆਲਮੋਸਟ ਸੇਮ ਨੇ, ਬਸ ਥੋੜਾ ਬਹੁਤਾ ਫਰਕ ਹੁੰਦਾ 19-21 ਦਾ। ਮੰਨ ਲਓ ਜੇ ਤਾਂ ਸੋਰਸ ਦੇ ਉੱਪਰ ਵੈਸੇ ਤਾਂ ਕੁਐਸਚਨ ਨਹੀਂ ਪੁੱਛਿਆ ਜਾਊਗਾ, ਜੇ ਪੁੱਛਿਆ ਗਿਆ ਤਾਂ ਤੁਸੀਂ ਬਸ ਬਹੁਤ ਸੌਖਾ ਕੁਐਸਚਨ ਪੁੱਛਿਆ ਜਾਊਗਾ। ਆਲਮੋਸਟ ਸਭ ਦੇ ਸੇਮ ਨੇ, ਤਾਂ ਸੇਮ ਜੇ ਨੇ, ਸੇਮ ਜੇ ਆਪਸ਼ਨ ਹੋਊਗੀ, ਤੁਸੀਂ ਲਗਾ ਸਕਦੇ ਹੋ ਸਾਰਿਆਂ ਵਾਸਤੇ। ਠੀਕ ਹੈ, ਤੇ ਨੈਕਸਟ ਦੇਖਦੇ ਹਾਂ। ਕਹਿੰਦਾ ਵਿਟਾਮਿਨ B3 ਦੇ ਨਾਲ ਹੁਣ ਕਹਿੰਦਾ ਡੈਫੀਸ਼ੀਐਂਸੀ ਕਿਹੜੀ ਆਉਂਦੀ ਹੈ, ਬਹੁਤ ਮਹੱਤਵਪੂਰਨ। ਇਹਦੇ ਵਿੱਚ ਇੱਕ ਡੈਫੀਸ਼ੀਐਂਸੀ ਹੈ ਪਲੈਗਰਾ। ਠੀਕ ਆ, ਮੈਂ ਦੱਸਦਾ ਕੀ ਹੁੰਦਾ। ਕਹਿੰਦਾ ਨਿਆਸਿਨ ਦੀ ਘਾਟ ਦੇ ਸਭ ਤੋਂ ਆਮ ਲੱਛਣਾਂ ਵਿੱਚ ਕੀ ਕਹਿੰਦਾ, ਚਮੜੀ। ਠੀਕ ਆ, ਮੇਨ ਚਮੜੀ ਦੇ ਰੋਗ ਹੋ ਗਏ, ਕਹਿੰਦਾ ਪਾਚਨ ਪ੍ਰਣਾਲੀ ਹੋ ਗਈ, ਦਿਮਾਗੀ ਪ੍ਰਣਾਲੀ ਹੋ ਗਈ, ਇਹ ਸਾਰੀਆਂ ਸ਼ਾਮਲ ਨੇ ਇਹਦੀਆਂ ਘਾਟ ਦੇ ਨਾਲ ਜਿਹੜੇ ਵੀ ਰੋਗ ਹੁੰਦੇ ਨੇ। ਤਾਂ ਜਿਹੜੇ ਮੇਨ ਕਹਿੰਦਾ ਜੇ ਅਗਰ ਗੰਭੀਰ ਕੋਈ ਵਿਟਾਮਿਨ B3 ਦੀ ਕਮੀ ਹੋ ਜੇ ਤਾਂ ਉਹਦੇ ਵਿੱਚ ਇੱਕ ਬਿਮਾਰੀ ਹੁੰਦੀ ਹੈ ਰਾਜੇ, ਦੈਟ ਇਜ਼ ਕਾਲਡ ਪਲੈਗਰਾ। ਤਾਂ ਪਲੈਗਰਾ ਬਿਮਾਰੀ ਅਗਰ ਪੁੱਛਿਆ ਜਾਂਦਾ ਬਹੁਤ ਵਾਰ ਕਿ ਪਲੈਗਰਾ ਕਿਹਦੀ ਕਮੀ ਦੇ ਕਰਕੇ ਹੁੰਦੀ ਹੈ, ਤਾਂ ਵਿਟਾਮਿਨ B3 ਦੀ ਕਮੀ ਕਰਕੇ ਹੁੰਦੀ ਹੈ, ਘਾਟ ਕਰਕੇ ਹੁੰਦੀ ਹੈ। ਹੁਣ ਪਲੈਗਰਾ ਹੁੰਦੀ ਕੀ ਹੈ ਤੁਹਾਨੂੰ ਮੈਂ ਦੱਸ ਦਿੰਦਾ। ਕਹਿੰਦਾ ਪਲੈਗਰਾ ਇੱਕ ਬਿਮਾਰੀ ਹੈ ਜਿਹੜੀ ਕਿ ਨਿਆਸਿਨ ਦੇ ਹੇਠਲੇ ਪੱਧਰ ਦੇ ਕਾਰਨ ਹੁੰਦੀ ਹੈ। ਤਾਂ ਨਿਆਸਿਨ ਮਤਲਬ ਕਿ B3 ਹੋ ਗਿਆ ਆਪਣਾ। ਤਾਂ ਪਲੈਗਰਾ ਦੇ ਨਾਲ ਰਾਜੇ ਬੇਸਿਕਲੀ 4 ਬਿਮਾਰੀਆਂ ਲੱਗਦੀਆਂ, ਜਿਹਨੂੰ ਕਹਿ ਦਿੰਦੇ ਆ 4D ਤਾਂ ਕਹਿ ਦਿੰਦੇ ਆ ਜਿਹੜੀਆਂ ਬਿਮਾਰੀਆਂ ਲੱਗਦੀਆਂ ਉਹ ਸਾਰੀਆਂ D ਤੋਂ ਸਟਾਰਟ ਹੁੰਦੀਆਂ ਨੇ। ਤਾਂ ਜੇ ਪੂਰਾ ਗੰਭੀਰ ਹੋ ਜਾਵੇ ਪਲੈਗਰਾ ਤਾਂ ਮੌਤ ਹੋਣ ਦੇ ਚਾਂਸ ਵੱਧ ਜਾਂਦੇ ਆ, ਬੰਦੇ ਦੀ ਡੈਥ ਹੋ ਜਾਂਦੀ ਹੈ। ਤਾਂ ਪਹਿਲੀ D ਕੀ ਕਹਿੰਦੀ ਹੈ, ਡਾਇਰੀਆ ਹੁੰਦੀ ਹੈ ਜਦੋਂ ਆਪਣੇ ਸਰੀਰ ਦੇ ਵਿੱਚੋਂ ਪਾਣੀ ਦੀ ਮਾਤਰਾ ਬਹੁਤ ਘਟ ਜਾਵੇ। ਮੰਨ ਲਓ ਆਪਾਂ ਨੂੰ ਦਸਤ ਲੱਗ ਗਿਆ, ਆਪਾਂ ਵਾਰ-ਵਾਰ ਦਸਤ ਜਾ ਰਹੇ ਹਾਂ, ਤਾਂ ਆਪਣੇ ਸਰੀਰ ਦੇ ਵਿੱਚ ਕੀ ਹੋ ਜੂਗੀ, ਪਾਣੀ ਦੀ ਕਮੀ ਹੋ ਜੂਗੀ। ਤਾਂ ਫਸਟ D ਕਿਹਦੇ ਵਾਸਤੇ ਹੈ, ਡਾਇਰੀਆ ਵਾਸਤੇ। ਸੈਕੰਡ ਹੈਗਾ ਡਰਮੇਟਾਈਟਿਸ। ਠੀਕ ਹੈ, ਇਹ ਵੀ ਇੱਕ ਬਿਮਾਰੀ ਹੈ, ਮੈਂ ਅੱਗੇ ਜਾ ਕੇ ਦੱਸਦਾ ਕੀ ਹੁੰਦੀ ਹੈ। ਥਰਡ ਹੈਗੀ ਹੈ ਡਿਮਨੇਸ਼ੀਆ, ਇਹ ਤੁਹਾਨੂੰ ਮੈਂ ਕਰਵਾਇਆ ਵੀ ਹੋਇਆ। ਲਾਸਟ ਹੈਗਾ ਭਾਈ ਡੈਥ। ਠੀਕ ਹੈ, ਸਭ ਨੂੰ ਪਤਾ ਹੀ ਹੈ, ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ। ਤਾਂ ਨੈਕਸਟ ਆਪਾਂ ਦੇਖਦੇ ਹਾਂ, ਡਾਇਰੀਆ ਵੀ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ ਰਾਜੇ, ਸਭ ਨੂੰ ਪਤਾ ਹੀ ਹੈ। ਦਸਤ ਵਗੈਰਾ ਕੀ ਹੁੰਦੇ ਨੇ, ਹੈ ਨਾ, ਪਾਣੀ ਦੇ ਮਤਲਬ ਕਮੀ ਹੋਣ ਕਰਕੇ ਸਰੀਰ ਦੇ ਵਿੱਚ ਡਾਈਹਾਈਡਰੇਸ਼ਨ ਹੋ ਜਾਂਦੀ ਹੈ, ਉਹਦੇ ਕਰਕੇ ਕੀ ਹੋ ਜਾਂਦੀ ਹੈ, ਇੱਕ ਬਿਮਾਰੀ ਹੋ ਜਾਂਦੀ ਹੈ ਜਿਹਨੂੰ ਕਹਿ ਦਿੰਦੇ ਆ ਡਾਇਰੀਆ। ਨੈਕਸਟ ਆਪਾਂ ਗੱਲ ਕਰਦੇ ਹਾਂ ਡਰਮੇਟਾਈਟਿਸ ਦੀ। ਕਹਿੰਦਾ ਡਰਮੇਟਾਈਟਿਸ ਕੀ ਹੈ, ਇੱਕ ਆਮ ਬਿਮਾਰੀ ਹੈ ਜਿਸ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ ਅਤੇ ਕਈ ਰੂਪ ਹੁੰਦੇ ਹਨ। ਇਹਦੇ ਵਿੱਚ ਕੀ ਹੁੰਦਾ ਰਾਜੇ, ਆਮ ਤੌਰ 'ਤੇ ਕੀ ਹੋ ਜਾਂਦੀ ਹੈ, ਆਪਣੀ ਮਤਲਬ ਕੋਈ ਖਾਰਿਸ਼ ਵਗੈਰਾ ਹੋ ਗਈ, ਖੁਸ਼ਕ ਚਮੜੀ ਬਹੁਤ ਹੋ ਜਾਂਦੀ ਹੈ। ਠੀਕ ਹੈ, ਤਾਂ ਜਿਵੇਂ ਧੱਫੜ ਵਗੈਰਾ ਸ਼ਾਮਲ ਹੋ ਗਏ, ਰੈਸ਼ਿਸ ਵਗੈਰਾ ਪੈ ਗਏ ਆਪਣੀ ਚਮੜੀ ਦੇ ਉੱਪਰ। ਤਾਂ ਕਾਫੀ ਸਾਰੀਆਂ ਚੀਜ਼ਾਂ ਇਹਦੇ ਵਿੱਚ ਇਨਕਲੂਡ ਹੋ ਜਾਂਦੀਆਂ ਇਸ ਬਿਮਾਰੀ ਦੇ ਵਿੱਚ। ਠੀਕ ਹੈ, ਇਹਨੂੰ ਕੀ ਕਹਿ ਦਿੰਦੇ ਆ, ਡਰਮੇਟਾਈਟਿਸ ਬਿਮਾਰੀ ਕਹਿ ਦਿੰਦੇ ਆ। ਇਹ ਬੇਸਿਕਲੀ ਚਮੜੀ ਦੇ ਨਾਲ ਰਿਲੇਟਿਡ ਹੈ, ਸਕਿਨ ਪ੍ਰੋਬਲਮਸ ਦੇ ਨਾਲ ਰਿਲੇਟਿਡ ਹੈ। ਠੀਕ ਹੈ, ਨੈਕਸਟ ਦੇਖਦੇ ਹਾਂ ਆਪਾਂ ਡਿਮਨੇਸ਼ੀਆ। ਡਿਮਨੇਸ਼ੀਆ ਕੀ ਹੈ ਰਾਜੇ, ਇੱਕ ਸਿਰਡਮ ਹੈ ਜਿਹਦੇ ਵਿੱਚ ਕੀ ਹੁੰਦਾ ਵੀ ਯਾਦਾਸ਼ਤ ਹੋ ਗਈ, ਆਪਣੀ ਸੋਚ ਹੋ ਗਈ, ਅਤੇ ਆਪਣਾ ਜਿਹੜਾ ਬਿਹੇਵੀਅਰ ਹੈ ਅਤੇ ਆਪਾਂ ਡੇਲੀ ਜਿਹੜੇ ਕੰਮ ਕਰਦੇ ਹਾਂ ਉਹਦੀ ਯੋਗਤਾ ਦੇ ਵਿੱਚ ਕੀ ਆ ਜਾਂਦੀ ਹੈ, ਗਿਰਾਵਟ ਆਉਂਦੀ ਹੈ। ਤੁਹਾਨੂੰ ਮੈਂ ਦੱਸ ਦਿੰਦਾ ਇਹਦੇ ਵਿੱਚ ਕੀ ਹੁੰਦਾ ਹੈ ਕਿ ਨਾ ਮਤਲਬ ਸੋਚਣ ਦੀ ਸ਼ਕਤੀ ਥੋੜ੍ਹੀ ਜਿਹੀ ਘੱਟ ਜਾਂਦੀ ਹੈ, ਬੰਦੇ ਦੀ ਯਾਦਾਸ਼ਤ ਘੱਟ ਜਾਂਦੀ ਹੈ, ਅਤੇ ਡੇਲੀ ਜਿਹੜਾ ਵਰਕ ਹੁੰਦਾ ਉਹਦੇ ਕੰਮ ਕਰਨ ਦੇ ਵਿੱਚ ਵੀ ਕੀ ਹੋ ਜਾਂਦੀ ਹੈ ਆਪਣੀ, ਕਿਉਂਕਿ ਆਪਣਾ ਦਿਮਾਗ ਹੀ ਮੇਨ ਸਿਸਟਮ ਹੈ ਨਾ। ਅਗਰ ਦਿਮਾਗ ਪ੍ਰੋਪਰ ਵੇ ਨਾਲ ਕੰਮ ਨਹੀਂ ਕਰੂਗਾ ਤਾਂ ਕੀ ਹੋਊਗਾ, ਬਾਕੀ ਜਿਹੜੇ ਔਰਗਨ ਨੇ, ਬਾਕੀ ਬੋਡੀ ਪਾਰਟ ਨੇ ਉਹ ਵੀ ਕੰਮ ਨਹੀਂ ਕਰਨਗੇ, ਕਿਉਂਕਿ ਦਿਮਾਗ ਦੇ ਵਿੱਚ ਹੀ ਹੈ ਨਰਵਸ ਸਿਸਟਮ। ਅਗਰ ਆਪਾਂ ਨੂੰ ਸੰਕੇਤ ਸਹੀ ਨਹੀਂ ਮਿਲੂਗਾ ਕਿ ਆਪਾਂ ਆਹ ਕੰਮ ਕਰਨਾ, ਆਪਾਂ ਕਿੱਦਾਂ ਕੰਮ ਕਰ ਸਕਦੇ ਹਾਂ। ਤਾਂ ਦਿਮਾਗ ਕੀ ਇੱਕ ਸੈਂਟਰਲ ਪੁਆਇੰਟ ਹੈ ਜਿਹਦੇ ਵਿੱਚੋਂ ਕੀ ਆਪਣੀ ਪੂਰੀ ਬੋਡੀ ਵਰਕ ਕਰਦੀ ਹੈ। ਤਾਂ ਡਿਮਨੇਸ਼ੀਆ ਕੀ ਹੋ ਗਿਆ ਕਿ ਆਪਣਾ ਇੱਕ ਜਿਹੜਾ ਸੈਂਟਰਲ ਪੁਆਇੰਟ ਹੈ ਉਹਦੇ 'ਤੇ ਜਿਵੇਂ ਯਾਦਦਾਸ਼ਤ 'ਤੇ ਕੀ ਪਾਊਗਾ,
ਫਰਕ ਪਾਊਗਾ, ਜਿਹਦੇ ਕਰਕੇ ਕੀ ਕਰਾਂਗੇ ਆਪਾਂ ਡੇਲੀ ਰੂਟੀਨ ਦੇ ਕੰਮ ਕਰਨ, ਸੋਚਣ ਦੀ ਸ਼ਕਤੀ ਵਗੈਰਾ ਘਟ ਜੂਗੀ ਆਪਣੇ ਵਿੱਚ, ਰਾਈਟ। ਤਾਂ ਦੇਖੋ ਭਾਈ ਆਹ ਬਾਈ ਨੂੰ ਹੋਇਆ ਹੋਇਆ ਡਿਮਨੇਸ਼ੀਆ, ਤਾਂ ਇਹਦੇ ਵਿੱਚ ਕੀ ਆ, ਕਹਿੰਦਾ ਸੋਸ਼ਲ ਵਿਡਰਾਲ, ਮਤਲਬ ਕਿ ਬਾਕੀਆਂ ਤੋਂ ਦੂਰ ਰਹਿਣਾ ਸ਼ੁਰੂ ਹੋ ਜਾਊਗਾ। ਤਾਂ ਆਪਾਂ ਆਮ ਹੀ ਕਹਿੰਦੇ ਯਾਰ ਉਹ ਤਾਂ ਯਾਰ ਪਾਗਲ ਜਿਹਾ ਲੱਗਦਾ ਹੈ ਨਾ, ਕਿਉਂਕਿ ਉਹ ਜਿਵੇਂ ਆਪਾਂ ਉਹਨੂੰ ਕੋਈ ਵੀ ਗੱਲ ਪੁੱਛਦੇ ਹਾਂ ਉਹ ਰਿਵਰਟ ਬੈਕ ਆਨਸਰ ਦੇਣ ਦੇ ਵਿੱਚ ਨਾ ਥੋੜ੍ਹਾ ਟਾਈਮ ਲਊਗਾ। ਬੇਸਿਕਲੀ ਉਹਦਾ ਕਸੂਰ ਨਹੀਂ ਹੁੰਦਾ, ਉਹਨੂੰ ਕੀ ਹੁੰਦੀ ਹੈ, ਬਿਮਾਰੀ ਹੁੰਦੀ ਹੈ, ਜਾਂ ਕੋਈ ਸਿੰਪਲ ਕੈਲਕੂਲੇਸ਼ਨ ਆ ਜਿਵੇਂ ਠੀਕ ਹੈ 1+1 ਇਹ ਵੀ ਨਹੀਂ ਕਰ ਸਕਦਾ ਉਹ, ਇਹਦੇ ਵਾਸਤੇ ਵੀ ਉਹਨੂੰ ਸੋਚਣਾ ਪਊਗਾ। ਕਹਿੰਦਾ ਹਾਰਡ ਟੂ ਕੰਪਲੀਟ ਕੀ ਆ ਫੈਮਲੀਅਰ ਟਾਸਕ, ਮਤਲਬ ਸੌਖੇ ਕੰਮ ਕਰਨ ਦੇ ਵਿੱਚ ਵੀ ਟਾਈਮ ਲਊਗਾ। ਕਹਿੰਦਾ ਉਹਦੇ ਦੇਖਣ ਦੇ ਵਿੱਚ ਵੀ ਪ੍ਰੋਬਲਮ ਆਊਗੀ, ਮੈਮਰੀ ਲਾਸ ਵੀ ਹੋ ਸਕਦੀ ਹੈ, ਮੂਡ ਵੀ ਚੇਂਜ ਹੋ ਸਕਦਾ, ਇੱਕਦਮ ਗੁੱਸੇ 'ਚ ਵੀ ਹੋ ਸਕਦਾ, ਖੁਸ਼ ਵੀ ਹੋ ਸਕਦਾ, ਤਾਂ ਕਨਫਿਊਜ਼ਨ ਵੀ ਰਹੂਗੀ ਉਹਨੂੰ। ਤਾਂ ਮਤਲਬ ਸਾਰਾ ਕੁਛ ਹੀ ਆ ਜਾਂਦਾ ਆਪਣੇ ਡਿਮਨੇਸ਼ੀਆ ਦੇ ਵਿੱਚ, ਠੀਕ ਹੈ। ਇਹ ਸਾਰੇ ਕੀ ਆ ਸਿੰਪਟਮ ਨੇ ਇਹਦੇ, ਇਸ ਬਿਮਾਰੀ ਦੇ। ਤਾਂ ਇਹ ਸਿੰਪਟਮ ਮੈਂ ਤੁਹਾਡੇ ਸਾਹਮਣੇ ਤਾਂ ਪੇਸ਼ ਕਰਦਾ ਰਾਜੇ, ਫੋਟੋ ਮੈਂ ਤਾਂ ਲੈ ਕੇ ਆਉਣਾ ਹੁੰਦਾ, ਜਿਹੜੀ ਚੀਜ਼ ਮੋਸਟ ਇੰਪੋਰਟੈਂਟ ਹੋਵੇ ਉਹ ਦਿਮਾਗ ਦੇ ਵਿੱਚ ਨਾ ਫੋਟੋ ਬੈਠ ਜਾਂਦੀ ਆਪਣੇ। ਤਾਂ ਪੁੱਛਿਆ ਜਾ ਸਕਦਾ ਮੈਮਰੀ ਲਾਸ ਹੋ ਗਿਆ, ਚੇਂਜ ਇਨ ਮੂਡ ਹੋ ਗਿਆ, ਠੀਕ ਹੈ, ਕਿਹੜੀ ਬਿਮਾਰੀ ਦੇ ਅੰਡਰ ਆਉਂਦਾ, ਤਾਂ ਆਪਣੇ ਡਿਮਨੇਸ਼ੀਆ ਦੇ ਅੰਡਰ ਆਉਂਦਾ ਹੈ, ਰਾਈਟ। ਆਈ ਹੋਪ ਤੁਸੀਂ ਅੰਡਰਸਟੈਂਡ ਕਰ ਗਏ ਹੋਵੋਗੇ ਰਾਜੇ। ਇਹ ਚੀਜ਼ਾਂ ਹੁੰਦੀਆਂ ਬਿਲਕੁਲ ਬੇਸਿਕ ਨੇ, ਇਦਾਂ ਦੇ ਹੀ ਕੁਐਸਚਨ ਪੁੱਛੇ ਜਾਣਗੇ ਤੁਹਾਨੂੰ। ਨੈਕਸਟ ਆ ਦੇਖੋ, ਪੁੱਛਿਆ ਵੀ ਗਿਆ ਰਾਜੇ ਐਸਐਸਸੀ ਦੇ ਵਿੱਚ, ਕਹਿੰਦਾ ਨਿਆਸੀਨ ਦੀ ਘਾਟ ਕਾਰਨ ਪੈਦਾ ਹੋਈ ਬਿਮਾਰੀ ਦਾ ਨਾਮ ਦੱਸੋ। ਤਾਂ ਬਾਕੀ ਨਾਮ ਪੜ੍ਹ ਲਿਆ ਕਰੋ। ਰਿਕੇਟ ਹੋ ਗਿਆ, ਇਹ ਤਾਂ ਵਿਟਾਮਿਨ ਡੀ ਦੀ ਕਮੀ ਕਰਕੇ ਹੁੰਦਾ, ਤੁਹਾਨੂੰ ਪਤਾ ਬੱਚਿਆਂ ਦੇ ਵਿੱਚ। ਸਕਰਵੀ ਰੋਗ ਤੁਹਾਨੂੰ ਪਿਛਲੀ ਵਾਰੀ ਕਰਵਾਇਆ ਮੈਂ। ਅਨੀਮੀਆ ਹੋ ਗਿਆ, ਵੀ ਕਰਵਾਇਆ ਹੋਇਆ। ਤਾਂ ਪਲੈਗਰਾ ਕਰਾਇਆ ਰਾਜੇ ਅੱਜ ਤੁਹਾਨੂੰ ਮੈਂ। ਤਾਂ ਨਿਆਸੀਨ ਦੀ ਕਮੀ ਨਾਲ ਕਿਹੜੀ ਬਿਮਾਰੀ ਹੁੰਦੀ ਹੈ, ਪਲੈਗਰਾ ਹੁੰਦੀ ਹੈ। ਦੇਖੋ ਵਿਟਾਮਿਨ ਸਾਰੇ ਆਪਣੇ ਕੰਪਲੀਟ ਹੋ ਗਏ। ਹੁਣ ਮੈਂ ਕੀ ਕਰੂੰਗਾ, ਸਾਰੇ ਵਿਟਾਮਿਨ ਦੇ ਉੱਪਰ ਤੁਹਾਡੇ 50 ਕੁਐਸਚਨ ਦਾ ਟੈਸਟ ਰੱਖੂੰਗਾ, ਕਿਉਂਕਿ ਵਿਟਾਮਿਨਾਂ ਦੇ ਉੱਪਰ ਅਗਰ ਤੁਸੀਂ 50 ਦੇ ਵਿੱਚੋਂ 40+ ਨੰਬਰ ਲੈ ਗਏ ਤਾਂ ਬਹੁਤ ਨੇ, ਤੁਸੀਂ ਪੇਪਰ ਦੇ ਵਿੱਚ ਕੁਐਸਚਨ ਅਟੈਂਪਟ ਕਰ ਲਓਗੇ, ਠੀਕ ਹੈ। ਤਾਂ ਆਪਾਂ ਦੇਖਦੇ ਹਾਂ ਕਿਸੇ ਨਾ ਕਿਸੇ ਤਰੀਕੇ ਨਾਲ ਲਾਈਵ ਟੈਸਟ ਰੱਖਿਆ ਜਾਵੇ। ਸਰ ਨਾਲ ਗੱਲ ਕਰਾਂਗੇ, ਜੇ ਐਪ ਦੇ ਉੱਪਰ ਫੈਸਿਲਿਟੀ ਹੋਈ ਤਾਂ ਆਪਾਂ ਉੱਥੇ ਲਾਈਵ ਟੈਸਟ ਰੱਖਾਂਗੇ। ਨੈਕਸਟ ਹੈਗਾ ਵਿਟਾਮਿਨ ਆਪਣਾ B3 ਹੋ ਗਿਆ ਭਾਈ, ਬਹੁਤ ਵਧੀਆ ਉਹਦਾ ਕਰਵਾਤਾ ਮੈਂ। ਪਲੈਗਰਾ ਵਗੈਰਾ, ਠੀਕ ਹੈ, ਡਿਮਨੀਸ਼ੀਆ ਵਗੈਰਾ, ਠੀਕ ਹੈ, ਸਾਰੇ ਪੜ੍ਹ ਲੈਣੇ ਆ ਤੁਸੀਂ, PDF ਤੁਹਾਨੂੰ ਪ੍ਰੋਵਾਈਡ ਹੋ ਜਾਂਦੀ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਨੈਕਸਟ ਵਿਟਾਮਿਨ ਦੀ, ਡੈਟ ਇਜ਼ ਕਾਲਡ ਵਿਟਾਮਿਨ B5, ਜਿਹਨੂੰ ਕਹਿ ਦਿੰਦੇ ਆ ਪੈਂਟੋਥੈਨਿਕ ਐਸਿਡ, ਠੀਕ ਹੈ। ਤਾਂ ਨਾਮ, ਵਿਗਿਆਨਿਕ ਨਾਮ ਤਾਂ ਬਹੁਤ ਮਹੱਤਵਪੂਰਨ ਰਹੂਗਾ ਕਿਸੇ ਵੀ ਵਿਟਾਮਿਨ ਵਾਸਤੇ। ਤਾਂ ਵਿਟਾਮਿਨ B5 ਕਹਿੰਦਾ ਜਿਹਨੂੰ ਕੀ ਕਹਿੰਦੇ ਆ, ਪੈਂਟੋਥੈਨਿਕ ਐਸਿਡ ਕਿਹਾ ਜਾਂਦਾ ਭਾਈ। 8 ਵਿਟਾਮਿਨਾਂ ਦੇ ਵਿੱਚੋਂ ਇੱਕ ਵਿਟਾਮਿਨ ਹੈ, ਸਭ ਨੂੰ ਪਤਾ ਹੀ ਹੈ। ਕਹਿੰਦਾ ਸਾਰੇ B ਵਿਟਾਮਿਨ ਸਰੀਰ ਨੂੰ ਭੋਜਨ ਕੀ ਹੁੰਦਾ ਆਪਣਾ, ਬੇਸਿਕਲੀ ਕਾਰਬੋਹਾਈਡਰੇਟਸ ਹੁੰਦੇ ਨੇ, ਕਹਿੰਦਾ ਨੂੰ ਗਲੂਕੋਜ਼ ਵਿੱਚ ਬਦਲਣ ਵਿੱਚ ਮਦਦ ਕਰਦੇ ਨੇ। ਤਾਂ ਦੇਖੋ ਰਾਜੇ ਜਿੰਨੇ ਵੀ B ਵਿਟਾਮਿਨ ਨੇ ਉਹ ਕੀ ਕਰਦੇ ਨੇ, ਜਿਹੜੇ ਆਪਾਂ ਰੋਟੀ ਵਗੈਰਾ ਖਾਂਦੇ ਆ ਉਹਦੇ ਜਿਹੜੇ ਕਾਰਬੋਹਾਈਡਰੇਟਸ ਹੁੰਦੇ ਨੇ ਉਹਨਾਂ ਨੂੰ ਕਨਵਰਟ ਕਰ ਦਿੰਦੇ ਨੇ ਗਲੂਕੋਜ਼ ਦੇ ਵਿੱਚ। ਤੇ ਗਲੂਕੋਜ਼ ਕੀ ਕਰਦਾ, ਆਪਣੇ ਸਰੀਰ ਨੂੰ ਊਰਜਾ ਦਿੰਦਾ ਹੈ। ਤੁਸੀਂ ਆਮ ਹੀ ਦੇਖਿਆ ਹੋਊਗਾ, ਤੁਸੀਂ ਗਰਮੀਆਂ ਦੇ ਵਿੱਚ ਕੀ ਕਰਦੇ ਆ, ਘਰਾਂ ਦੇ ਵਿੱਚ ਗਲੂਕੋਜ਼ ਲਿਆ ਕੇ ਰੱਖ ਲੈਂਦੇ ਹੋ ਨਾ, ਤੁਸੀਂ ਬਾਹਰੋਂ ਆਉਣੇ ਨੇ, ਕਿਉਂਕਿ ਤੁਹਾਨੂੰ ਉਸ ਟਾਈਮ ਪਸੀਨਾ ਬਹੁਤ ਆਉਂਦਾ ਗਰਮੀਆਂ ਦੇ ਵਿੱਚ, ਤੇ ਤੁਹਾਡੀ ਊਰਜਾ ਕੀ ਹੋ ਜਾਂਦੀ ਹੈ, ਘਟ ਜਾਂਦੀ ਹੈ। ਤਾਂ ਤੁਸੀਂ ਗਲੂਕੋਜ਼ ਘੋਲ ਕੇ ਪੀ ਲੈਂਦੇ ਹੋ ਪਾਣੀ ਦੇ ਵਿੱਚ। ਤਾਂ ਬੇਸਿਕਲੀ ਗਲੂਕੋਜ਼ ਹੀ ਇੱਕ ਇੱਦਾਂ ਦਾ, ਠੀਕ ਹੈ, ਪਦਾਰਥ ਹੈ ਜਿਹੜਾ ਕਿ ਆਪਣੇ ਸਰੀਰ ਨੂੰ ਕੀ ਕਰਦਾ, ਊਰਜਾ ਪ੍ਰਦਾਨ ਕਰਦਾ ਹੈ, ਠੀਕ ਹੈ। ਤਾਂ ਉੱਥੇ ਯਾਦ ਰੱਖ ਲਿਓ। ਹੁਣ ਨੈਕਸਟ ਕੀ ਕਹਿੰਦਾ, ਉਹੀ ਗੱਲ ਫੇਰ ਕਹਿੰਦਾ ਸਾਰੇ B ਵਿਟਾਮਿਨ ਪਾਣੀ ਨਾਲ ਘੁਲਣਸ਼ੀਲ ਹੁੰਦੇ ਹਨ, ਭਾਵ ਸਰੀਰ ਉਹਨਾਂ ਨੂੰ ਸਟੋਰ ਨਹੀਂ ਕਰਦਾ। ਤੇ ਕਹਿੰਦਾ ਊਰਜਾ ਲਈ ਚਰਬੀ ਅਤੇ ਕਾਰਬੋਹਾਈਡਰੇਟ ਦੇ ਟੁੱਟਣ ਵਿੱਚ ਭੂਮਿਕਾ ਨਿਭਾਉਣ ਤੋਂ ਇਲਾਵਾ ਵਿਟਾਮਿਨ B ਕੀ ਕਰਦਾ, ਲਾਲ ਖੂਨ ਦੇ ਸੈੱਲਾਂ ਦੇ ਨਿਰਮਾਣ ਲਈ ਮਹੱਤਵਪੂਰਨ ਹੈ। ਮੋਸਟ ਇੰਪੋਰਟੈਂਟ ਚੀਜ਼, ਰੈੱਡ ਬਲੱਡ ਸੈੱਲ ਦੇ ਬਣਨ ਵਾਸਤੇ ਜਿਹੜਾ ਵਿਟਾਮਿਨ ਸਹਾਈ ਹੁੰਦਾ, ਡੈਟ ਇਜ਼ ਕਾਲਡ ਪੈਂਟੋਥੈਨਿਕ ਐਸਿਡ। ਬਹੁਤ ਵਾਰ ਪੁੱਛਿਆ ਗਿਆ ਪੇਪਰਾਂ ਦੇ ਵਿੱਚ। ਤਾਂ ਰੈੱਡ ਬਲੱਡ ਸੈੱਲ ਹੋ ਗਿਆ, ਵਾਈਟ ਬਲੱਡ ਸੈੱਲ ਹੋ ਗਿਆ, ਜਿੱਥੇ ਵੀ ਕੋਈ ਸੈੱਲ ਦੀ ਗੱਲ ਆ ਗਈ ਤਾਂ ਉੱਥੇ ਕੀ ਆ, ਵਿਟਾਮਿਨ ਇੰਪੋਰਟੈਂਟ ਰਹੂਗਾ ਹੀ ਰਹੂਗਾ। ਇੱਥੇ ਸਿਰਫ ਰੈੱਡ ਬਲੱਡ ਸੈੱਲ ਦੀ ਗੱਲ ਕਰ ਰਿਹਾ, ਵਾਈਟ ਦੱਸੂਗਾ ਮੈਂ ਕਿੱਥੇ ਬਣਦੇ ਆ। ਤਾਂ ਯਾਦ ਰੱਖਣਾ ਰੈੱਡ ਬਲੱਡ ਸੈੱਲ ਨਾਲ ਕਿਹੜਾ ਵਿਟਾਮਿਨ ਰਿਲੇਟਡ ਹੈ, ਵਿਟਾਮਿਨ B5, ਠੀਕ ਹੈ। ਇਸ ਤੋਂ ਬਾਅਦ ਰਾਜੇ ਇਹ ਵੀ ਸਿਹਤਮੰਦ ਚਮੜੀ ਵਾਸਤੇ, ਵਾਲਾਂ ਵਾਸਤੇ, ਅੱਖਾਂ ਵਾਸਤੇ, ਜਿਗਰ ਵਾਸਤੇ ਤੇ ਸਾਰਿਆਂ ਵਾਸਤੇ ਸਹਾਈ ਹੁੰਦਾ ਕਿਹੜਾ ਵਿਟਾਮਿਨ B5। ਉਸ ਤੋਂ ਬਾਅਦ ਸੋਰਸ ਦੀ ਗੱਲ ਕਰ ਲੈਂਦੇ ਆ, ਕਹਿੰਦਾ ਕਿੱਥੋਂ ਕਿੱਥੋਂ ਮਿਲਦਾ। ਤਾਂ ਥੋੜੇ ਬਹੁਤੇ ਸੋਰਸਿਸ ਤਾਂ ਸੇਮ ਹੀ ਹੁੰਦੇ ਆ, ਪਰ ਲੇਕਿਨ ਮੇਨ ਦੇਖੋ ਜਿਵੇਂ ਬਰੋਕਲੀ ਹੋ ਗਈ, ਬਰੋਕਲੀ ਹੁੰਦੀ ਰਾਜੇ ਗੋਭੀ ਦੇ ਜਿਹੜੇ ਗੋਭੀ ਵਰਗੀ ਹੁੰਦੀ ਆ, ਬਸ ਗੋਭੀ ਦੀ ਜਿਹੜੀ ਜਾਤੀ ਹੁੰਦੀ ਉਹਦੇ ਵਿੱਚ ਹੀ ਪਾਈ ਜਾਂਦੀ ਆ। ਬਰੋਕਲੀ ਹੋ ਗਈ, ਗੋਭੀ ਹੋ ਗਈ, ਆਲੂ ਹੋ ਗਿਆ, ਕਹਿੰਦਾ ਮਸ਼ਰੂਮ ਹੋ ਗਿਆ, ਜਾਂ ਗਿਰੀਦਾਰ ਫਲੀਆਂ, ਮਟਰ ਵਗੈਰਾ ਹੋ ਗਏ, ਮੀਟ ਅੰਡੇ ਹੋ ਗਏ, ਠੀਕ ਹੈ। ਸਾਰੇ ਮਤਲਬ ਕਿ ਕਾਮਨ ਨੇ, ਬਸ ਥੋੜੇ ਬਹੁਤਾ ਫਰਕ ਹੁੰਦਾ, ਜਿਵੇਂ ਬਰੋਕਲੀ ਤੇ ਗੋਭੀ ਇਹਦੇ ਵਿੱਚ ਆ ਗਏ, ਕਿਹਦੇ ਵਿੱਚ, B5 ਦੇ ਵਿੱਚ, ਠੀਕ ਹੈ।
ਤਾਂ ਪੁੱਛਿਆ ਜਾ ਸਕਦਾ ਕਿ ਬਰੋਕਲੀ ਦੇ ਵਿੱਚ ਸਭ ਤੋਂ ਵੱਧ ਭਰਪੂਰ ਮਾਤਰਾ 'ਚ ਕਿਹੜਾ ਵਿਟਾਮਿਨ ਪਾਇਆ ਜਾਂਦਾ, ਤਾਂ ਵਿਟਾਮਿਨ B5 ਪਾਇਆ ਜਾਂਦਾ ਹੈ। ਹੁਣ ਇਹਦੀ ਘਾਟ ਦੇ ਨਾਲ ਆਪਾਂ ਗੱਲ ਕਰਦੇ ਹਾਂ, ਇਹਦੀ ਘਾਟ ਕਾਰਨ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੁੰਦੀਆਂ। ਤਾਂ ਵਿਟਾਮਿਨ ਕਹਿੰਦਾ B5 ਦੀ ਘਾਟ ਕਹਿੰਦਾ ਵੈਸੇ ਤਾਂ ਬਹੁਤ ਘੱਟ ਆਉਂਦੀ ਹੈ, ਪਰ ਇਸ ਵਿੱਚ ਕੀ ਹੋ ਜਾਂਦਾ, ਜੇ ਇਹਦੀ ਘਾਟ ਹੋ ਜਾਵੇ ਤਾਂ ਥਕਾਵਟ, ਜਿਹਨੂੰ ਆਪਾਂ ਕਮਜ਼ੋਰੀ ਕਹਿ ਸਕਦੇ ਹਾਂ। ਇਨਸੋਮੇਨੀਆ ਦੇਖੋ, ਇਨਸੋਮੇਨੀਆ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਹੁੰਦਾ ਕੀ ਹੈ। ਵੈਸੇ ਯਾਦ ਰੱਖਣਾ ਹੋਵੇ ਤੁਸੀਂ ਸਾਰਿਆਂ ਨੇ, ਇੱਕ ਸੌਂਗ ਆਇਆ ਸੀ ਸਿੱਪੀ ਗਰੇਵਾਲ ਦਾ, ਇਨਸੋਮੇਨੀਆ, ਠੀਕ ਹੈ। ਉਹਦੇ ਵਿੱਚ ਕੀ ਸੀਗਾ, ਹੁਣ ਕੋਈ ਕੁੜੀ ਧੋਖਾ ਦੇ ਜਾਂਦੀ ਹੈ ਤਾਂ ਉਹ ਰਾਤ ਨੂੰ ਸੌਂਦਾ ਹੀ ਨਹੀਂਗਾ, ਸਾਰੀ ਰਾਤ ਜਾਗਦਾ ਰਹਿੰਦਾ। ਬਸ ਇੱਕ ਟ੍ਰਿਕ ਹੈ ਕਿ ਦਿਮਾਗ 'ਚ ਬਿਠਾਉਣ ਵਾਸਤੇ, ਇੱਕ ਮੈਂ ਤੁਹਾਨੂੰ ਬੋਲ ਦਿੰਦਾ ਕਿ ਇਨਸੋਮੇਨੀਆ ਕੀ ਹੁੰਦਾ ਕਿ ਜਦੋਂ ਨੀਂਦ ਨਾ ਆਉਣੀ, ਕਈ ਦਿਨ ਨੀਂਦ ਨਹੀਂ ਆਉਂਦੀ ਗੀ, ਕਈਆਂ ਨੂੰ ਕਈ ਮਹੀਨੇ ਨੀਂਦ ਨਹੀਂ ਆਉਂਦੀ, ਤਾਂ ਉਸ ਬਿਮਾਰੀ ਨੂੰ ਕਹਿੰਦੇ ਆ ਇਨਸੋਮੇਨੀਆ, ਠੀਕ ਹੈ। ਤਾਂ ਥਕਾਵਟ ਹੋ ਗਈ, ਇਨਸੋਮੇਨੀਆ ਹੋ ਗਿਆ, ਉਦਾਸੀ ਹੋ ਗਈ, ਚਿੜਚਿੜਾਪਨ ਹੋ ਗਿਆ। ਤਾਂ ਚਿੜਚਿੜਾਪਨ ਆਪਣੇ ਆਪ ਹੀ ਹੋਊਗਾ ਜਦੋਂ ਇਨਸੋਮੇਨੀਆ ਵਗੈਰਾ ਹੋ ਜਾਊਗਾ। ਉਲਟੀਆਂ ਹੋ ਗਈਆਂ, ਪੇਟ ਦਰਦ ਹੋ ਗਿਆ, ਜਾਂ ਸਾਹ ਦੀ ਇਨਫੈਕਸ਼ਨ ਵਗੈਰਾ ਹੋ ਗਈ, ਇਹ ਸਾਰਿਆਂ ਦੇ ਕਿਹਦਾ ਕਾਰਨ ਹੁੰਦਾ, ਵਿਟਾਮਿਨ B5 ਦੀ ਘਾਟ ਕਾਰਨ ਹੁੰਦਾ, ਠੀਕ ਹੈ। ਤਾਂ ਆਈ ਹੋਪ ਤੁਹਾਨੂੰ ਪਤਾ ਚੱਲ ਗਿਆ ਹੋਊਗਾ ਰਾਜੇ ਇਹਦੇ ਵਿੱਚ, ਰਾਈਟ। ਨੈਕਸਟ ਦੇਖਦੇ ਹਾਂ ਆਪਾਂ, ਵਿਟਾਮਿਨ B5 ਕੋਈ ਇੰਨਾ ਮਤਲਬ ਕਿ ਉਹਦੀ ਘਾਟ ਇੰਨੀ ਜ਼ਿਆਦਾ ਨਹੀਂ ਹੁੰਦੀਗੀ, ਇਸ ਕਰਕੇ ਕੋਈ ਖਾਸ ਬਿਮਾਰੀ ਨਹੀਂ ਹੁੰਦੀਗੀ, ਪਰ ਬੇਸਿਕਲੀ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਮੈਂ ਕੀ ਦੱਸੀ ਆ ਕਿ ਰੈੱਡ ਬਲੱਡ ਸੈੱਲ ਬਣਾਉਣ ਦੇ ਵਿੱਚ ਸਹਾਈ ਹੁੰਦਾ ਵਿਟਾਮਿਨ B5, ਠੀਕ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਵਿਟਾਮਿਨ B6 ਦੀ। B6 ਦਾ ਵਿਗਿਆਨਿਕ ਨਾਮ ਦੀ ਗੱਲ ਕਰੀਏ ਤਾਂ ਕੀ ਕਹਿੰਦੇ ਆ, ਪਾਇਰਾਡੌਕਸਾਈਨ ਕਹਿੰਦਾ ਰਾਜੇ ਇਹਨੂੰ। ਤੇ ਇਹ ਵੀ ਦੇਖੋ 8 ਦੇ ਵਿੱਚੋਂ ਇੱਕ ਹੈ, ਤੁਹਾਨੂੰ ਪਤਾ ਹੀ ਆ। ਕਹਿੰਦਾ ਭਾਵੇਂ ਇਸ ਦੀ ਖੋਜ 1932-34 ਦੇ ਲਗਭਗ ਆਸ-ਪਾਸ ਹੋਈ ਸੀਗੀ, ਠੀਕ ਹੈ। ਕੋਈ ਐਗਜ਼ੈਕਟ ਫਿਗਰ ਨਹੀਂ ਹੈਗੀ ਰਾਜੇ, ਕਈ ਜਗ੍ਹਾ 1930 ਵੀ ਲਿਖਿਆ ਹੋਇਆ, 35 ਵੀ ਲਿਖਿਆ ਹੋਇਆ। ਬਸ ਉਹਦੇ ਵਿੱਚ ਕੀ ਕਹਿੰਦਾ ਵੀ ਇਹਦੇ ਬਾਰੇ ਹਜੇ ਵੀ ਨਵੀਆਂ ਚੀਜ਼ਾਂ ਸਿੱਖੀਆਂ ਜਾ ਰਹੀਆਂ ਨੇ, ਮਤਲਬ ਕਿ ਇੱਦਾਂ ਦਾ ਵਿਟਾਮਿਨ ਹੈ ਜਿਹਦੇ ਬਾਰੇ ਪੂਰੀ ਕੰਪਲੀਟਲੀ ਅਜੇ ਤੱਕ ਖੋਜ ਨਹੀਂ ਕੀਤੀ ਜਾ ਸਕੀ। ਹੌਲੀ ਹੌਲੀ ਇਹਦੇ ਬਾਰੇ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਕਿਹਦੇ ਬਾਰੇ, ਵਿਟਾਮਿਨ B6 ਦੇ ਬਾਰੇ। ਕਹਿੰਦਾ ਹਾਲ ਹੀ ਵਿੱਚ ਪਾਇਆ ਗਿਆ, ਹਾਲ ਹੀ ਦਾ ਮਤਲਬ ਕੀ ਆ, ਰੀਸੈਂਟਲੀ ਕੋਈ ਇੱਕ ਖੋਜ ਹੋਈ ਹੈ। ਕਹਿੰਦਾ ਉਹਦੇ ਵਿੱਚ ਪਾਇਆ ਗਿਆ ਕਿ ਜਿਹੜਾ B6 ਹੈ ਉਹਦੇ ਵਿੱਚ ਕੀ ਹੁੰਦੇ ਨੇ, ਐਂਟੀਆਕਸੀਡੈਂਟ ਹੁੰਦੇ ਨੇ, ਜਾਂ ਉਹਨੂੰ ਆਪਾਂ ਕਹਿ ਦਿੰਦੇ ਹਾਂ ਐਂਟੀ ਇਨਫਲੇਮੇਟਰੀ ਗੁਣ ਨੇ, ਠੀਕ ਹੈ। ਇਹਦਾ ਅਰਥ ਕੀ ਹੈ, ਕਹਿੰਦਾ ਇਸ ਲਾਈਨ ਦਾ ਅਰਥ ਕੀ ਹੈ, ਕਹਿੰਦਾ ਜਿਵੇਂ ਦਿਲ ਦੀ ਬਿਮਾਰੀ ਅਤੇ ਕੈਂਸਰ ਵਰਗੀਆਂ ਗੰਭੀਰ ਸਥਿਤੀਆਂ ਨੂੰ ਰੋਕਣ ਦੇ ਵਿੱਚ ਮਦਦ ਕਰਨ ਵਿੱਚ ਭੂਮਿਕਾ ਅਦਾ ਕਰਦਾ ਹੈ। ਤਾਂ ਇਹ ਮਤਲਬ ਕੀ ਕਹਿੰਦਾ ਵੀ ਰੀਸੈਂਟਲੀ ਇੱਕ ਖੋਜ ਹੋਈ ਹੈ, ਇਹਦੇ ਵਿੱਚ ਐਂਟੀਆਕਸੀਡੈਂਟ ਪਾਏ ਗਏ ਆ, ਜਿਹੜੇ ਕਾਹਦੇ ਵਾਸਤੇ ਜ਼ਰੂਰੀ ਹੁੰਦੇ ਨੇ, ਤਾਂ ਐਂਟੀਆਕਸੀਡੈਂਟ ਤੁਹਾਨੂੰ ਪਤਾ ਹੀ ਹੈ, ਜਾਂ ਐਂਟੀਬਾਡੀਜ਼ ਕਹਿ ਦਿੰਦੇ ਆਪਾਂ, ਕਾਹਦੇ ਵਾਸਤੇ ਹੁੰਦੇ ਨੇ, ਆਪਣੇ ਸਰੀਰ ਦੇ ਵਿੱਚ ਬਿਮਾਰੀਆਂ ਨਾਲ ਲੜਨ ਵਾਸਤੇ ਸਹਾਈ ਹੁੰਦੇ ਨੇ। ਤਾਂ ਇਹਦੇ ਵਿੱਚ ਐਂਟੀਆਕਸੀਡੈਂਟ ਪਾਇਆ ਗਿਆ, ਜਿਹੜਾ ਕਿ ਕਾਹਦੇ ਵਾਸਤੇ ਜ਼ਰੂਰੀ ਹੈ, ਕਹਿੰਦਾ ਜਿਵੇਂ ਦਿਲ ਦੀ ਬਿਮਾਰੀ ਹੋ ਗਈ ਕਿਸੇ ਨੂੰ, ਜਿਵੇਂ ਹਾਰਟ ਦੀ ਕੋਈ ਫੇਲੀਅਰ ਆ ਜਾਂਦਾ ਵਗੈਰਾ, ਜਾਂ ਆਪਣਾ ਕੈਂਸਰ ਹੋ ਗਿਆ, ਉੱਦਾਂ ਦੀਆਂ ਬਿਮਾਰੀਆਂ ਰੋਕਣ ਵਾਸਤੇ ਕੀ ਹੋਊਗਾ, ਸਹਾਈ ਹੋਊਗਾ ਵਿਟਾਮਿਨ B6। ਹੁਣ ਗੱਲ ਕਰਦੇ ਹਾਂ ਰਾਜੇ ਇਹਦੇ ਨਾਲ ਬਿਮਾਰੀਆਂ ਕਿਹੜੀਆਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਹੈਗੀ ਆ ਭਾਈ ਸਕਿਨ ਰੈਸ਼ਿਜ਼। ਸਕਿਨ ਰੈਸ਼ਿਜ਼ ਦੇ ਵਿੱਚ ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਆ ਧੱਫੜ ਵਗੈਰਾ ਕਹਿ ਦਿੰਦੇ ਆ, ਹੈ ਨਾ। ਤਾਂ ਇਹਦੇ ਵਿੱਚ ਕੀ ਹੁੰਦਾ ਵੀ ਜਿਹੜੇ ਵਿਟਾਮਿਨ B6 ਦੀ ਘਾਟ ਹੁੰਦੀ ਨਾ, ਇਹਦੇ ਵਿੱਚ ਨਾ ਇੱਕ ਲਾਲ ਤੇ ਖਾਰਸ਼ਦਾਰ ਧੱਫੜ ਹੁੰਦਾ ਹੈ। ਤਾਂ ਜਿਹਨੂੰ ਆਪਾਂ ਅਗਰ ਇੰਗਲਿਸ਼ ਦੇ ਵਿੱਚ ਗੱਲ ਕਰੀਏ ਜਾਂ ਮੈਡੀਕਲ ਟਰਮ ਦੇ ਵਿੱਚ ਡੀਪਲੀ ਜਾਈਏ ਤਾਂ ਉਹਦਾ ਨਾਮ ਹੈਗਾ ਰਾਜੇ ਸੇਬੋਰਿਕ ਡਰਮੇਟਾਈਟਿਸ, ਠੀਕ ਹੈ। ਤਾਂ ਅਗਰ ਯਾਦ ਰਹਿ ਜੇ ਵੈਲ ਐਂਡ ਗੁੱਡ, ਅਦਰਵਾਈਜ਼ ਕੋਈ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈਗੀ ਰਾਜੇ। ਦੇਖੋ ਇਹ ਛੋਟੀ ਵੀ ਹੋ ਸਕਦੀ ਬਿਮਾਰੀ ਤੇ ਬਹੁਤ ਵੱਡੀ ਵੀ ਹੋ ਸਕਦੀ ਹੈ। ਛੋਟੀ ਦਾ ਮਤਲਬ ਕੀ ਹੈ, ਹਜੇ ਦੇਖੋ ਸਟਾਰਟਿੰਗ ਦੇ ਵਿੱਚ ਹੈ, ਤੇ ਉਸ ਤੋਂ ਬਾਅਦ ਦੇਖੋ ਪੂਰੇ ਮੂੰਹ ਦੇ ਉੱਪਰ ਕੀ ਆ, ਧੱਫੜ ਪਏ ਹੋਏ ਆ। ਤਾਂ ਇਹਨੂੰ ਕਹਿ ਦਿੰਦੇ ਆ ਸਕਿਨ ਰੈਸ਼ਿਜ਼, ਜਿਹਦਾ ਕੀ ਹੁੰਦਾ B6 ਦੀ ਡੈਫੀਸ਼ੀਐਂਸੀ ਕਰਕੇ ਹੁੰਦਾ, ਰਾਈਟ। ਹੁਣ ਨੈਕਸਟ ਦੇਖਦੇ ਹਾਂ ਸੈਕਿੰਡ, ਜਿਵੇਂ ਮੰਨ ਲਓ ਆਪਾਂ ਸਰਦੀਆਂ ਆ ਜਾਂਦੀਆਂ ਕਈ ਵਾਰੀ, ਜਾਂ ਵੈਸੇ ਕਈਆਂ ਦੇ ਨਾ ਮਤਲਬ ਕਿ 12 ਮਹੀਨੇ ਹੀ ਬੁੱਲ ਵਗੈਰਾ ਫਟੇ ਰਹਿੰਦੇ ਨੇ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਵਿਆਈਆਂ, ਠੀਕ ਹੈ। ਜਾਂ ਬੁੱਲਾਂ ਦੇ ਵਿੱਚੋਂ ਖੂਨ ਆਉਣਾ ਬੁੱਲਾਂ ਦੇ ਵਿੱਚੋਂ ਖੂਨ ਵਗੈਰਾ ਆਉਣਾ, ਉਹ ਕਿਹਦੀ ਘਾਟ ਕਾਰਨ ਹੁੰਦਾ ਰਾਜੇ, ਵਿਟਾਮਿਨ B6 ਦੀ ਘਾਟ ਕਾਰਨ ਹੁੰਦਾ। ਆਹ ਦੇਖੋ ਬਿਫੋਰ ਆਫਟਰ, ਇਹ ਤਾਂ ਚਲੋ ਕਿਸੇ ਨੇ ਐਡ ਕਰਨ ਵਾਸਤੇ ਲਿਖਿਆ ਵੀ ਆਹ ਬੰਦੇ ਦੇ ਵਿੱਚ ਮੰਨ ਲਓ ਕਿ ਕੋਈ ਕਮੀ ਨਹੀਂ ਵਿਟਾਮਿਨ B6 ਦੀ, ਇਹਦੇ ਵਿੱਚ ਕੀ ਆ, ਕਮੀ ਹੈ, ਤਾਂ ਕੀ ਹੋ ਜਾਣਗੇ, ਬੁੱਲ ਡਰਾਈ ਹੋ ਜਾਣਗੇ, ਫਟੇ ਹੋਣਗੇ। ਤਾਂ ਲਿਖਿਆ ਹੋਇਆ ਕਰੈਕਡ ਐਂਡ ਸੋਰ ਲਿਪਸ, ਠੀਕ ਹੈ। ਤਾਂ ਬੁੱਲਾਂ ਦੇ ਵਿੱਚ ਚੀਰਾ ਤੇ ਸੁੱਕਾਪਨ ਜੋ ਕਿ ਅਕਸਰ ਖੂਨ ਵਗਣ ਕਰਕੇ ਹੋ ਸਕਦਾ ਹੈ, ਤਾਂ ਕਿਹਦੀ ਘਾਟ ਹੁੰਦੀ ਹੈ, ਵਿਟਾਮਿਨ B6 ਦੀ ਘਾਟ ਹੁੰਦੀ ਹੈ। ਤਾਂ ਨਾਲ ਕੀ ਹੁੰਦਾ ਰਾਜੇ, ਜਿਹੜਾ ਵੀ ਇਹ ਚੀਰਾ ਵਗੈਰਾ ਹੁੰਦਾ ਇਹਦੇ ਵਿੱਚ ਖੂਨ ਆਉਂਦਾ, ਦਰਦ ਵੀ ਹੋ ਸਕਦਾ, ਤਾਂ ਬੋਲਣ ਦੇ ਵਿੱਚ ਵੀ ਮੁਸ਼ਕਲ ਆ ਸਕਦੀ ਹੈ, ਰਾਈਟ। ਇੱਕ ਨੋਰਮਲ ਜੀ ਬਿਮਾਰੀ ਹੈ ਜਿਹੜੀ ਕਿ ਵਿਟਾਮਿਨ B6 ਦੀ ਘਾਟ ਕਾਰਨ ਹੁੰਦੀ ਹੈ। ਅੱਗੇ ਹੈਗੀ ਰਾਜੇ ਜਿਹੜੀ ਆਪਾਂ ਕਹਿ ਦਿੰਦੇ ਹਾਂ ਟਿੰਜਲਿੰਗ, ਜਿਵੇਂ ਆਪਾਂ ਕਹਿੰਦੇ ਨਾ ਕਿ ਕਰੰਟ ਜਿਹਾ ਲੱਗਾ
ਹੈ ਨਾ, ਚਰਨਹਾਟ ਕਹਿ ਦਿੰਦੇ ਆ ਜਿਹਨੂੰ ਪੰਜਾਬੀ ਦੇ ਵਿੱਚ। ਜਿਵੇਂ ਜਾਂ ਆਪਾਂ ਨੂੰ ਐਂ ਲੱਗਦਾ ਕਿ ਪੈਰਾਂ ਦੇ ਵਿੱਚ ਜਿਵੇਂ ਸੂਈਆਂ ਖੁੱਭਰੀਆਂ ਹੁੰਦੀਆਂ ਹੱਥਾਂ ਪੈਰਾਂ ਦੇ ਵਿੱਚ, ਜਾਂ ਆਪਾਂ ਕਹਿ ਦਿੰਦੇ ਯਾਰ ਮੇਰੇ ਪੈਰਾਂ ਦੇ ਵਿੱਚ ਐਂ ਲੱਗਦਾ ਜਿਵੇਂ ਅੱਗ ਲੱਗੀ ਹੁੰਦੀ ਆ, ਹੈ ਨਾ, ਪੰਜਾਬੀ ਦੇ ਵਿੱਚ ਕਹਿ ਦਿੰਦੇ ਆਪਾਂ ਆਮ, ਤਾਂ ਉਹਨੂੰ ਕਹਿ ਦਿੰਦੇ ਆ ਚਰਨਹਾਟ ਕਹਿ ਦਿੰਦੇ ਆ। ਠੀਕ ਹੈ, ਤਾਂ ਵਿਟਾਮਿਨ B6 ਦੇ ਨਾਲ ਕੀ ਹੁੰਦਾ ਰਾਜੇ, ਇੱਕ ਪੈਰੀਫਿਰਲ ਨਿਊਰੋਥੈਰੇਪੀ ਨਾਂ ਦੀ ਨਸ ਹੁੰਦੀ ਆ, ਉਹਨੂੰ ਨੁਕਸਾਨ ਹੋ ਸਕਦਾ ਹੈ। ਠੀਕ ਹੈ, ਪੈਰੀਫਿਰਲ ਨਿਊਰੋਥੈਰੇਪੀ ਉਹੀ ਹੁੰਦੀ ਹੈ ਰਾਜੇ ਜਿਹਦੇ ਵਿੱਚ ਕੀ ਹੁੰਦਾ, ਹੱਥਾਂ ਪੈਰਾਂ ਦੇ ਵਿੱਚ ਦਰਦ ਬਹੁਤ ਰਹਿੰਦਾ ਹੈ। ਤਾਂ ਇਹਦੇ ਲੱਛਣ ਦੇ ਵਿੱਚ ਕੀ ਆ, ਕਹਿੰਦਾ ਜਲਣ ਹੋ ਗਈ, ਜਿਵੇਂ ਤੁਹਾਨੂੰ ਮੈਂ ਦੱਸ ਕੇ ਹਟਿਆ, ਪੈਰਾਂ ਦੇ ਵਿੱਚ ਜਲਣ, ਹੱਥਾਂ ਦੇ ਵਿੱਚ ਜਲਣ, ਤੁਹਾਡੀਆਂ ਕਹਿੰਦਾ ਬਾਹਾਂ, ਪੈਰਾਂ ਅਤੇ ਹੱਥਾਂ ਦੇ ਵਿੱਚ ਦਰਦ ਸ਼ਾਮਲ ਹੋ ਸਕਦਾ ਹੈ। ਤੇ ਕਹਿੰਦਾ ਕੁਝ ਇਸ ਨੂੰ ਕੀ ਕਹਿੰਦੇ ਆ, ਕਹਿੰਦਾ ਪਿੰਨ ਅਤੇ ਸੂਈਆਂ ਚੁੱਭਣ ਦੀ ਭਾਵਨਾ ਵਜੋਂ ਵੀ ਦਰਸਾਉਂਦੇ ਨੇ। ਤਾਂ ਕਈਆਂ ਦੇ ਵਿੱਚ ਅਗਰ ਜ਼ਿਆਦਾ ਇਹ ਬਿਮਾਰੀ, ਤਾਂ ਉਹਦੇ ਵਿੱਚ ਕੀ ਹੋਊਗਾ, ਉਹਨਾਂ ਨੂੰ ਐਂ ਲੱਗੂਗਾ ਜਿਵੇਂ ਕਿ ਉਹਨਾਂ ਦੇ ਪੈਰਾਂ ਦੇ ਤਲੀਆਂ ਥੱਲੇ, ਹੱਥਾਂ ਦੇ ਵਿੱਚ ਕੀ ਹੋ ਚੁੱਭ ਰਿਹਾ, ਪਿੰਨਾਂ ਵਗੈਰਾ, ਸੂਈਆਂ ਵਗੈਰਾ ਚੁੱਭ ਰਹੀਆਂ ਨੇ। ਤਾਂ ਤੁਹਾਨੂੰ ਮੈਂ ਦਿਖਾ ਦਿੰਦਾ ਭਾਈ, ਇਹ ਰਿਹਾ ਪੈਰੀਫਿਰਲ ਨਿਊਰੋਥੈਰੇਪੀ। ਠੀਕ ਹੈ, ਇਹਦੇ ਵਿੱਚ ਕੀ ਆ, ਦੇਖੋ ਜਿਵੇਂ ਕੀੜੀਆਂ ਲੜ ਰਹੀਆਂ ਬੰਦੇ ਨੂੰ, ਪਿੰਨਾਂ ਚੁੱਭ ਰਹੀਆਂ ਨੇ, ਜਿਵੇਂ ਅੱਗ ਦੇ ਅੰਗਾਰਿਆਂ 'ਤੇ ਚੱਲਣਾ, ਹੈ ਨਾ, ਇੱਦਾਂ ਦੀ ਫੀਲਿੰਗ ਮਹਿਸੂਸ ਹੁੰਦੀ ਹੈ। ਠੀਕ ਹੈ, ਫਿਲਹਾਲ ਆਪਾਂ ਚੱਲਦੇ ਨਹੀਂ, ਲੇਕਿਨ ਸਾਰੀਆਂ ਚੀਜ਼ਾਂ ਆਪਾਂ ਨੂੰ ਐਂ ਮਹਿਸੂਸ ਹੋਣਗੀਆਂ ਜਦੋਂ ਕੋਈ ਬਿਮਾਰੀ ਹੋਊਗੀ ਆਪਾਂ ਨੂੰ। ਇਹ ਅੱਗੇ ਦੇਖਦੇ ਹਾਂ ਭਾਈ, ਅੱਗੇ ਹੈਗਾ ਕਹਿੰਦਾ ਵੀਕ ਇਮਿਊਨ ਸਿਸਟਮ। ਠੀਕ ਹੈ, ਕਮਜ਼ੋਰ ਇਮਿਊਨ ਸਿਸਟਮ ਕੀ ਹੋ ਗਿਆ, ਕਿ ਜਿਹੜਾ ਆਪਣੇ ਰੋਗਾਂ ਦੇ ਨਾਲ ਲੜਨ ਵਾਸਤੇ ਸਹਾਈ ਹੁੰਦਾ ਆਪਣਾ ਇਮਿਊਨ ਸਿਸਟਮ। ਠੀਕ ਹੈ, ਤਾਂ ਜੇ ਵਿਟਾਮਿਨ B6 ਦੀ ਕਮੀ ਹੋ ਜੇ ਤਾਂ ਇਹ ਬਿਮਾਰੀ ਭਾਈ ਹੋ ਸਕਦੀ ਹੈ। ਕਹਿੰਦਾ ਨਤੀਜੇ ਵਜੋਂ ਕੀ ਹੋਊਗਾ, ਕਹਿੰਦਾ ਜਿਹੜਾ ਇਨਫੈਕਸ਼ਨ ਵਗੈਰਾ ਹੁੰਦੀ ਆ ਉਹਦੇ ਨਾਲ ਲੜਨ ਲਈ ਜਿਹੜਾ ਐਂਟੀਬਾਡੀਜ਼ ਚਾਹੀਦਾ ਆਪਾਂ, ਉਹਦੇ ਉਤਪਾਦਨ ਦੇ ਵਿੱਚ ਕਮੀ ਆ ਸਕਦੀ ਹੈ। ਤਾਂ ਤੁਹਾਨੂੰ ਰਾਜੇ ਹੁਣ ਤੱਕ ਕਲੀਅਰ ਹੋਊਗਾ, ਐਂਟੀਬਾਡੀਜ਼ ਹੁੰਦੇ ਜਿਹੜੇ ਬਿਮਾਰੀਆਂ ਨਾਲ ਲੜਦੇ ਨੇ। ਠੀਕ ਹੈ, ਜਿਵੇਂ ਆਪਣੇ ਵਾਈਟ ਬਲੱਡ ਸੈੱਲ ਹੋ ਗਏ। ਠੀਕ ਹੈ, ਤਾਂ ਵਾਈਟ ਬਲੱਡ ਸੈੱਲ ਦੀ ਹੁਣ ਦੇਖੋ ਜੇ ਗੱਲ ਕਰਾਂਗੇ ਆਪਾਂ ਵੀ ਚਿੱਟੇ ਲਹੂ ਦੇ ਸੈੱਲਾਂ ਵਾਸਤੇ ਕਿਹੜਾ ਸਹਾਈ ਹੈ, ਤਾਂ B6 ਹੈ। ਠੀਕ ਹੈ, ਤੁਹਾਨੂੰ B6 ਹੁਣ ਮੈਂ ਕਰਵਾ ਰਿਹਾ ਨਾ, B6 ਦੇ ਵਿੱਚ ਕੀ ਆ, ਵਾਈਟ ਬਲੱਡ ਸੈੱਲ ਆ ਗਏ। ਤਾਂ ਵਾਈਟ ਬਲੱਡ ਸੈੱਲ ਦੇ ਵਿੱਚ ਵੀ ਰਾਜੇ ਇੱਕ T ਸੈੱਲ ਹੁੰਦੇ ਨੇ, ਜਿਹੜੇ ਕਿ ਆਰਮੀ ਸੈੱਲ ਬੋਲਦੇ, ਜਿਨ੍ਹਾਂ ਨੂੰ ਆਪਾਂ, ਜਿਹੜੇ ਕਿ ਲੜਨ ਵਾਸਤੇ ਸਹਾਈ ਹੁੰਦੇ ਨੇ, ਕੋਈ ਵੀ ਇਨਫੈਕਸ਼ਨ ਹੋ ਗਈ, ਬਿਮਾਰੀ ਹੋ ਗਈ। ਠੀਕ ਹੈ, ਤਾਂ B6 ਦੇ ਵਿੱਚ ਕੀ ਹੋ ਗਿਆ ਰਾਜੇ, ਚਿੱਟੇ ਲਹੂ ਦੇ ਸੈੱਲ। ਠੀਕ ਹੈ, ਅਗਰ B6 ਦੀ ਘਾਟ ਹੋ ਗਈ ਤਾਂ ਆਪਣੇ ਚਿੱਟੇ ਲਹੂ ਸੈੱਲ ਦੇ ਵਿੱਚ ਵੀ ਘੱਟ ਹੋ ਜੂਗੀ, ਤੇ ਨਾਲ ਹੀ ਕਿਹਦੇ ਵੀ ਉਤਪਾਦਨ ਦੇ ਵਿੱਚ ਘਾਟ ਹੋ ਜੂਗੀ, T ਸੈੱਲਾਂ ਦੇ ਵਿੱਚ ਘਾਟ ਹੋ ਜੂਗੀ। ਠੀਕ ਹੈ, ਯਾਦ ਰੱਖਿਓ, ਮੋਸਟ ਇੰਪੋਰਟੈਂਟ ਲਾਈਨ ਆ, ਤਾਂ ਹੀ ਮੈਂ ਹਾਈਲਾਈਟ ਕੀਤੀ ਹੋਈ ਹੈ ਰੈੱਡ ਕਲਰ ਦੇ ਵਿੱਚ। ਅਗਲਾ ਵਿਟਾਮਿਨ ਕਰਦੇ ਹਾਂ ਰਾਜੇ, ਵਿਟਾਮਿਨ B7 ਆ ਗਿਆ, ਜਿਹਨੂੰ ਕਹਿ ਦਿੰਦੇ ਆ ਬਾਇਓਟਿਨ। ਠੀਕ ਹੈ, ਤਾਂ ਬਾਇਓਟਿਨ ਕਹਿੰਦਾ B ਕੰਪਲੈਕਸ ਵਿਟਾਮਿਨਾਂ ਵਿੱਚੋਂ ਇੱਕ ਹੈ, ਤੇ ਜਿਹੜਾ ਕਿ ਤੁਹਾਡੇ ਖਾਣ ਵਾਲੇ ਭੋਜਨ ਤੋਂ ਚਰਬੀ ਅਤੇ ਕਾਰਬੋਹਾਈਡਰੇਟ ਨੂੰ ਤੋੜਨ ਅਤੇ ਊਰਜਾ ਦੇ ਵਿੱਚ ਬਦਲਣ ਲਈ ਜ਼ਿੰਮੇਵਾਰ ਹੈ। ਉਹ ਤਾਂ ਸਾਰੇ B ਕੰਪਲੈਕਸ ਇਹੀ ਕੰਮ ਕਰਦੇ ਆ ਆਪਣੇ ਸਰੀਰ ਦੇ ਵਿੱਚ। ਠੀਕ ਹੈ, ਤਾਂ ਜਿਹੜੀ ਮੇਨ ਚੀਜ਼ ਹੈ, ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਹੈ, ਵਾਰ-ਵਾਰ ਪੁੱਛੀ ਜਾਂਦੀ ਹੈ, ਤਾਂ ਵਿਟਾਮਿਨ B7 ਦੇ ਰਾਜੇ ਕਈ ਨਾਮ ਨੇ, ਕੱਲਾ ਬਾਇਓਟਿਨ ਨਹੀਂ ਹੈਗਾ ਗਾ। ਵਿਟਾਮਿਨ H ਬਹੁਤ ਵਾਰ ਪੁੱਛਿਆ ਗਿਆ SSC ਦੇ ਵਿੱਚ, ਕਹਿੰਦਾ ਵਾਟ ਇਜ਼, ਮਤਲਬ ਜਾਂ ਕਹਿ ਸਕਦੇ ਆ ਕਿ ਵਿਟਾਮਿਨ H ਕਿਹੜੇ ਵਿਟਾਮਿਨ ਦਾ ਨਾਮ ਹੈ। ਠੀਕ ਹੈ, ਵਾਟ ਇਜ਼ ਦ ਅਨਦਰ ਨੇਮ ਆਫ ਵਿਟਾਮਿਨ H, ਇੱਦਾਂ ਲਿਖਿਆ ਜਾ ਸਕਦਾ ਹੈ, ਜਾਂ ਇੱਦਾਂ ਪੁੱਛਿਆ ਜਾ ਸਕਦਾ ਵਾਟ ਇਜ਼ ਦ ਅਨਦਰ ਨੇਮ ਆਫ ਵਿਟਾਮਿਨ B7। ਤਾਂ ਆਪਸ਼ਨ ਦੇ ਵਿੱਚ ਬਾਇਓਟਿਨ ਵੀ ਪਿਆ ਹੋਊਗਾ, ਵਿਟਾਮਿਨ H ਵੀ ਪਿਆ ਹੋਊਗਾ, ਤੇ ਨਾਲ ਹੀ ਪਿਆ ਹੋਊਗਾ ਕੋਨਜ਼ਾਈਮ R। ਕੋਨਜ਼ਾਈਮ R ਵੀ ਇਹਦਾ ਕੀ ਨਾਮ ਹੈ, ਵਿਟਾਮਿਨ B7 ਦਾ ਨਾਮ ਹੈ। ਤਾਂ ਕਿੰਨੇ ਨਾਮ ਹੋ ਗਏ, 4 ਨਾਮ ਹੋ ਗਏ, ਵਿਟਾਮਿਨ B7, ਬਾਇਓਟਿਨ, ਵਿਟਾਮਿਨ H ਤੇ ਕੋਨਜ਼ਾਈਮ R। ਇਹ ਸਾਰੇ ਕੀ ਨੇ ਰਾਜੇ, ਵਿਟਾਮਿਨ B7 ਦੇ ਵੱਖਰੇ ਵੱਖਰੇ ਨਾਮ ਨੇ, ਯਾਦ ਰੱਖਣੇ, ਤਾਂ ਹੀ ਮੈਂ ਹਾਈਲਾਈਟ ਕੀਤੇ ਆ, ਤਾਂ ਮੋਸਟ ਇੰਪੋਰਟੈਂਟ ਨੇ ਪੇਪਰ ਦੇ ਵਾਸਤੇ। ਹੁਣ ਬਾਇਓਟਿਨ ਕਰਦਾ ਕੀ ਹੈ ਰਾਜੇ, ਚੰਗੀ ਚਮੜੀ ਦੀ ਸਿਹਤ ਨੂੰ ਉਤਸ਼ਾਹਿਤ ਕਰਦਾ ਹੈ। ਠੀਕ ਹੈ, ਤੇ ਨਾਲ ਹੀ ਕਰਦਾ ਰਾਜੇ ਆਪਣੇ ਕੋਲੈਸਟਰੋਲ ਹੋ ਗਿਆ, ਬਲੱਡ ਸ਼ੂਗਰ ਨੂੰ ਵੀ ਕੀ ਕਰਦਾ, ਨੋਰਮਲ ਰੱਖਦਾ, ਨਿਯਮਿਤ ਰੱਖਦਾ ਹੈ। ਠੀਕ ਹੈ, ਕੰਟਰੋਲ ਕਰਕੇ ਰੱਖਦਾ ਹੈ। ਉਸ ਤੋਂ ਬਾਅਦ ਰਾਜੇ ਜਿਹੜਾ ਬਾਇਓਟਿਨ ਹੁੰਦਾ, ਇੱਕ ਕੈਰੇਟਿਨ, ਇੱਕ ਪ੍ਰੋਟੀਨ ਪੈਦਾ ਕਰਨ ਲਈ ਜ਼ਰੂਰੀ ਹੈ। ਠੀਕ ਹੈ, ਤਾਂ ਬਾਇਓਟਿਨ ਕੀ ਹੈ, ਕਹਿੰਦਾ ਇੱਕ ਕੈਰੇਟਿਨ ਹੈ ਜਿਹੜਾ ਕਿ ਇੱਕ ਪ੍ਰੋਟੀਨ ਪੈਦਾ ਕਰਨ ਲਈ ਜ਼ਰੂਰੀ ਹੈ। ਉਹ ਕਾਹਦੇ ਵਾਸਤੇ ਚਾਹੀਦਾ ਆਪਾਂ ਨੂੰ, ਆਪਣੇ ਸਰੀਰ ਦੇ ਵਿੱਚ ਮਜ਼ਬੂਤ ਨਹੁੰ ਤੇ ਵਾਲਾਂ ਨੂੰ ਉਤਸ਼ਾਹਿਤ ਕਰਦਾ ਹੈ। ਠੀਕ ਹੈ, ਤਾਂ ਬਾਇਓਟਿਨ ਦੇ ਵਿੱਚ ਤੁਸੀਂ ਯਾਦ ਰੱਖ ਲਓ ਵੀ ਇੱਕ ਤਰ੍ਹਾਂ ਦਾ ਪ੍ਰੋਟੀਨ ਹੈ ਜਿਹੜਾ ਕਿ ਆਪਣੇ ਨਹੁੰਾਂ ਵਾਸਤੇ, ਆਪਣੇ ਵਾਲਾਂ ਵਾਸਤੇ, ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਜ਼ਰੂਰੀ ਹੈ, ਸਹਾਈ ਹੈ। ਇਸ ਤੋਂ ਬਾਅਦ ਲਾਸਟ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਇਹ ਪਾਣੀ 'ਚ ਘੁਲਣਸ਼ੀਲ ਹੈ, ਤਾਂ ਇਸ ਕਰਕੇ ਕੀ ਹੋਊਗਾ, ਲੰਮੇ ਸਮੇਂ ਦੇ ਵਿੱਚ ਸਰੀਰ ਦੇ ਵਿੱਚ ਸਟੋਰ ਨਹੀਂ ਹੁੰਦਾ ਗਾ, ਤੇ ਇਹ ਕੁਦਰਤੀ ਤੌਰ ਤੇ ਪੈਦਾ ਵੀ ਨਹੀਂ ਹੁੰਦਾ, ਤਾਂ ਇਹਨੂੰ ਡੇਲੀ ਆਪਾਂ ਨੂੰ ਲੈਣਾ ਪੈਣਾ ਭੋਜਨ ਦੇ ਰੂਪ ਦੇ ਵਿੱਚ। ਠੀਕ ਹੈ, ਹੁਣ ਗੱਲ ਕਰਦੇ ਆਪਾਂ ਵਿਟਾਮਿਨ B7 ਦੀ ਡੈਫੀਸ਼ੀਐਂਸੀ ਦੀ। ਤਾਂ ਇਹਦੇ ਵਿੱਚ ਕੀ ਹੈ ਰਾਜੇ, ਕਹਿੰਦਾ ਵੀ ਬਾਇਓਟਿਨ ਦੇ ਕਹਿੰਦਾ ਘਾਟ ਦੇ ਲੱਛਣ ਆਮ ਤੌਰ ਤੇ ਹੌਲੀ ਹੌਲੀ ਪ੍ਰਗਟ ਹੁੰਦੇ ਨੇ। ਠੀਕ ਹੈ, ਬਾਕੀਆਂ ਦੇ ਵਿਟਾਮਿਨ ਵਾਂਗੂ ਇੱਕਦਮ ਨਹੀਂ ਹੁੰਦੇਗੇ, ਇਹਦੇ ਵਿੱਚ ਕੀ ਆ, ਹੌਲੀ ਹੌਲੀ ਆਉਂਦੇ ਨੇ।
ਪਰ ਇਹ ਕੀ ਆ ਕਹਿੰਦਾ ਇਹਦੇ ਵਿੱਚ ਕੀ ਆ ਬੇਸਿਕਲੀ ਅਗਰ ਇਹਦੀ ਘਾਟ ਹੋ ਵੀ ਜਾਵੇ ਤਾਂ ਆਪਣੇ ਵਿੱਚ ਕਿਹੜੀਆਂ ਪ੍ਰੋਬਲਮ ਆ ਸਕਦੀਆਂ ਮੈਂਟਲ ਐਂਡ ਨਿਊਰੋਲੋਜੀਕਲ। ਠੀਕ ਹੈ, ਤਾਂ ਮੈਂਟਲ ਕੀ ਮਤਲਬ ਕਿ ਦਿਮਾਗੀ ਔਰ ਨਿਊਰੋਲੋਜੀਕਲ ਹੋ ਹੁੰਦਾ ਕਿ ਤੰਤੂ ਵਿਗਿਆਨ। ਠੀਕ ਹੈ, ਜਿਵੇਂ ਸਟ੍ਰੈਸ ਹੋ ਗਿਆ, ਜਿਵੇਂ ਆਪਣੀ ਦਿਮਾਗੀ ਪ੍ਰਣਾਲੀ ਪ੍ਰਭਾਵਿਤ ਹੋ ਗਈ, ਇਹ ਸਾਰੀਆਂ ਬਿਮਾਰੀਆਂ ਕਿਹਦੇ ਅੰਡਰ ਆ ਜਾਣਗੀਆਂ ਵਿਟਾਮਿਨ B7 ਦੀ ਕਮੀ ਕਰਕੇ ਹੋ ਜਾਣਗੀਆਂ। ਤਾਂ ਦੇਖ ਲਓ ਭਾਈ ਜਿਹੜੀ ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਹੈ ਇਹਦੇ ਵਿੱਚ ਉਹ ਹੈਗੀ ਆ ਐਨੋਰੈਕਸੀਆ ਨਰਵੋਸਾ। ਠੀਕ ਹੈ, ਇਹ ਮਤਲਬ ਕਿ ਦੋ ਨਾਮ ਨੇ, ਮੈਂ ਜਾਂ ਪਾਉਣਾ ਭੁੱਲ ਗਿਆ ਇਹਦੇ ਵਿੱਚ। ਐਨੋਰੈਕਸੀਆ ਵੀ ਪੁੱਛਿਆ ਜਾਂਦਾ ਵਾਰ-ਵਾਰ, ਤਾਂ ਭਾਈ ਐਨੋਰੈਕਸੀਆ ਹੈਗਾ ਜਦੋਂ ਸਰੀਰ ਦਾ ਭਾਰ ਆਮ ਦੇ ਨਾਲੋਂ ਜ਼ਿਆਦਾ ਘਟ ਜਾਵੇ। ਜਿਵੇਂ ਆ ਵਿਚਾਰੇ ਨੇ ਦੇਖੋ ਮੂੰਹ ਨਹੀਂ ਦਿਖਾਇਆ ਹੋਇਆ, ਵੈਸੇ ਵੀ ਵਿਚਾਰਾ ਮੂੰਹ ਦਿਖਾਉਣ ਦੇ ਲਾਇਕ ਹੀ ਨਹੀਂ ਹੈ ਜਿਸ ਹਿਸਾਬ ਨਾਲ ਸਰੀਰ ਲਈ ਫਿਰਦਾ। ਠੀਕ ਹੈ, ਤਾਂ ਦੇਖੋ ਕਿੰਨਾ ਵਿਚਾਰਾ ਕਮਜ਼ੋਰ ਆ, ਬਹੁਤ ਜ਼ਿਆਦਾ ਕਮਜ਼ੋਰ ਹੈ। ਤਾਂ ਆ ਵੀ ਦੇਖੋ ਕਮਜ਼ੋਰ ਆ, ਤਾਂ ਸਿੰਪਟਮ ਨੇ ਕਿਹਦੇ ਰਾਜੇ ਐਨੋਰੈਕਸੀਆ ਨਰਵੋਸਾ ਦੇ। ਠੀਕ ਹੈ, ਤਾਂ ਇਹ ਕਿਹਦੀ ਕਮੀ ਦੇ ਕਰਕੇ ਹੁੰਦੀ ਆ ਬਾਇਓਟਿਨ ਦੀ ਕਮੀ ਕਰਕੇ, ਜਿਹਨੂੰ ਆਪਾਂ B7 ਕਹਿ ਦਿੰਦੇ ਆ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਰਾਜੇ ਖਾਣ ਪੀਣ ਦਾ ਵਿਕਾਰ, ਬੰਦੇ ਦਾ ਕਿਸੇ ਚੀਜ਼ ਨੂੰ ਖਾਣ ਨੂੰ ਦਿਲ ਹੀ ਨਹੀਂ ਕਰਦਾਗਾ, ਤੇ ਨਤੀਜੇ ਵਜੋਂ ਕੀ ਹੋਊਗਾ ਉਹਦਾ ਭਾਰ ਘਟ ਜਾਊਗਾ, ਮਤਲਬ ਕਿ ਬਹੁਤ ਜ਼ਿਆਦਾ ਭਾਰ ਘਟਣਾ। ਨੈਕਸਟ ਆਪਾਂ ਕਰਦੇ ਹਾਂ ਵਿਟਾਮਿਨ B9 ਰਾਜੇ ਬਹੁਤ ਇੰਪੋਰਟੈਂਟ ਹੈ। ਇਹਨੂੰ ਆਪਾਂ ਕਹਿ ਦਿੰਦੇ ਆ ਫੋਲੇਟ ਕਹਿ ਦਿੰਦੇ ਆ ਜਾਂ ਫੋਲਿਕ ਐਸਿਡ। ਬਹੁਤ ਵਾਰ ਪੁੱਛਿਆ ਜਾਂਦਾ ਫੋਲਿਕ ਐਸਿਡ, ਮੈਂ ਤੁਹਾਨੂੰ ਕੁਐਸਚਨ ਵੀ ਪੁੱਛਿਆ ਸੀ ਸ਼ਾਇਦ ਚੈਨਲ ਤੇ ਪੁੱਛਿਆ, ਤੇ ਵੀ ਜਿਹੜੀਆਂ ਆਪਣੀਆਂ ਪ੍ਰੈਗਨੈਂਟ ਵੂਮੈਨਸ ਹੁੰਦੀਆਂ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਕਿਹੜਾ ਵਿਟਾਮਿਨ ਜਾਂ ਕਿਹੜਾ ਐਸਿਡ ਚਾਹੀਦਾ, ਤਾਂ ਸਭ ਤੋਂ ਮਹੱਤਵਪੂਰਨ ਉਹਨਾਂ ਨੂੰ ਚਾਹੀਦਾ ਹੁੰਦਾ ਵਿਟਾਮਿਨ B9, ਕਿਉਂਕਿ B9 ਇੱਕ ਇੱਦਾਂ ਦਾ ਵਿਟਾਮਿਨ ਹੈ ਜਿਹੜਾ ਕਿ ਗਰਭ ਦੇ ਵਿੱਚ ਬੱਚੇ ਨੂੰ ਵਿਕਸਿਤ ਕਰਨ ਵਿੱਚ ਸਹਾਈ ਹੁੰਦਾ ਹੈ। ਤਾਂ ਬਹੁਤ ਵਾਰ ਪੁੱਛਿਆ ਜਾਂਦਾ ਹੈ, ਬਹੁਤ ਫੇਵਰੇਟ ਕੁਐਸਚਨ ਹੈ ਪੰਜਾਬ ਗਵਰਨਮੈਂਟ ਦਾ। ਕਹਿੰਦਾ ਬਾਇਓਟਿਨ B9 ਨੂੰ ਫੋਲੇਟ ਵੀ ਕਹਿ ਦਿੰਦੇ ਆ ਜਾਂ ਫੋਲਿਕ ਐਸਿਡ ਵੀ ਕਹਿ ਦਿੰਦੇ ਆ। ਹੁਣ ਤੱਕ ਤੁਸੀਂ ਫੋਲਿਕ ਐਸਿਡ ਹੀ ਪੜ੍ਹਿਆ ਹੋਊਗਾ, ਤਾਂ ਘਮਾਉਣ ਵਾਸਤੇ ਫੋਲੇਟ ਵਗੈਰਾ ਵੀ ਲਿਖਿਆ ਜਾਂਦਾ, ਤਾਂ ਫੋਲੇਟ ਵੀ ਕੀ ਦੂਸਰਾ ਨਾਮ ਹੈ ਫੋਲਿਕ ਐਸਿਡ ਦਾ। ਇਹਦੇ ਵਿੱਚ ਕੀ ਆ ਕਹਿੰਦਾ ਰਾਜੇ ਫੋਲੇਟ ਕੀ ਆ ਵਿਟਾਮਿਨ B9 ਦਾ ਕੁਦਰਤੀ ਰੂਪ ਹੈ। ਕਹਿੰਦਾ ਪਾਣੀ ਦੇ ਵਿੱਚ ਘੁਲਣਸ਼ੀਲ ਹੈ, ਤਾਂ ਬਹੁਤ ਸਾਰੇ ਭੋਜਨ ਦੇ ਵਿੱਚ ਪਾਇਆ ਜਾਂਦਾ ਹੈ। ਰਾਈਟ ਹੈ, ਤਾਂ ਜਿਹੜਾ ਹੁਣ ਮੇਨ ਕੰਮ ਕਰਦਾ ਰਾਜੇ ਇਹ ਕਹਿੰਦਾ DNA ਤੇ RNA। ਠੀਕ ਹੈ, DNA RNA ਕੀ ਹੁੰਦਾ ਹੈ ਮੈਂ ਤੁਹਾਨੂੰ ਕਿਸੇ ਦਿਨ ਨਾ ਕਿਸੇ ਪੂਰੀ ਦਿਨ ਵੀਡੀਓ ਦੇ ਵਿੱਚ ਡਿਟੇਲ 'ਚ ਕਰਵਾ ਦੂੰਗਾ। ਜੈਨੇਟਿਕ ਵਗੈਰਾ ਹੁੰਦੇ ਨੇ ਜਿਹੜੇ ਕਿ ਆਪਣੇ ਗੁਣ ਹੁੰਦੇ ਨੇ ਆਪਣੇ ਮਾਂ-ਬਾਪ ਤੋਂ ਆਪਾਂ ਨੂੰ ਮਿਲਦੇ ਨੇ, ਹੈ ਨਾ, DNA RNA ਦੇ ਵਿਚਕਾਰ। ਤਾਂ ਤੁਹਾਨੂੰ ਮੈਂ ਕਰਵਾ ਦੂੰਗਾ ਡਿਟੇਲ ਦੇ ਵਿੱਚ, ਇੰਨਾ ਮਤਲਬ ਕਿ ਬੇਸਿਕ ਕਰਵਾ ਦਾਂਗੇ ਡਿਟੇਲ ਦੇ ਵਿੱਚ। ਤਾਂ ਕੀ ਕਰਨਾ, ਕਿਉਂਕਿ ਆਪਾਂ ਕੋਈ ਇੰਨਾ ਹਾਈ ਲੈਵਲ ਦਾ ਮੈਡੀਕਲ ਐਗਜ਼ਾਮ ਨਹੀਂ ਦੇਣ ਜਾ ਰਹੇ, ਫਿਰ ਵੀ ਨੌਲੇਜ ਹੋਣੀ ਜ਼ਰੂਰੀ ਹੈ। ਤਾਂ ਬਸ ਤੁਸੀਂ ਇੱਥੇ ਯਾਦ ਰੱਖ ਲਿਓ ਕਿ ਜਿਹੜਾ ਫੋਲਿਕ ਐਸਿਡ ਹੈ ਉਹ ਕਾਹਦੇ ਵਾਸਤੇ DNA ਤੇ RNA ਦੇ ਬਣਾਉਣ ਦੇ ਵਿੱਚ ਮਦਦ ਕਰਦਾ ਹੈ। ਠੀਕ ਹੈ, ਤਾਂ ਇਹ ਮੈਂ ਤਾਂ ਹੀ ਹਾਈਲਾਈਟ ਕੀਤੇ ਹੋਏ ਹੈ। ਉਸ ਤੋਂ ਬਾਅਦ ਕਹਿੰਦਾ ਵੀ ਜਿਹੜਾ ਬਾਇਓਟਿਨ ਹੈ B9 ਜਿਹਨੂੰ ਆਪਾਂ ਫੋਲੇਟ ਕਹਿ ਦਿੰਦੇ ਹਾਂ ਜਾਂ ਫੋਲਿਕ ਐਸਿਡ ਕਹਿ ਦਿੰਦੇ ਹਾਂ, ਕਹਿੰਦਾ ਇਹ ਵੀ ਕਾਹਦੇ ਵਾਸਤੇ ਜ਼ਰੂਰੀ ਹੁੰਦਾ ਹੈ ਲਾਲ ਲਹੂ ਦੇ ਸੈੱਲ ਪੈਦਾ ਕਰਨ ਵਾਸਤੇ, ਤੇ ਤੇਜ਼ੀ ਨਾਲ ਕਹਿੰਦਾ ਵਿਕਾਸ ਦੇ ਸਮੇਂ ਜਿਵੇਂ ਕਿ ਗਰਭ ਅਵਸਥਾ ਤੇ ਗਰਭ ਸ਼ਿਸ਼ੂ ਦੇ ਵਿਕਾਸ ਦੌਰਾਨ ਮਹੱਤਵਪੂਰਨ ਹੁੰਦੀ ਹੈ। ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਕਿ ਪ੍ਰੈਗਨੈਂਟ ਵੂਮਨ ਵਾਸਤੇ ਸਭ ਤੋਂ ਇੰਪੋਰਟੈਂਟ ਹੁੰਦਾ ਭਾਈ ਵਿਟਾਮਿਨ B9 ਜਿਹਨੂੰ ਕਹਿ ਦਿੰਦੇ ਆ ਫੋਲਿਕ ਐਸਿਡ। ਇਸ ਤੋਂ ਬਾਅਦ ਭਾਈ ਲਾਸਟ ਦੇ ਵਿੱਚ ਉਹੀ ਗੱਲ ਕਹਿੰਦਾ ਵੀ ਪਾਣੀ 'ਚ ਘੁਲਣਸ਼ੀਲ ਆ, ਜਦੋਂ ਮੰਨ ਲਓ ਆਪਾਂ ਨੂੰ ਪਸੀਨਾ ਆਉਂਦਾ ਜਾਂ ਆਪਾਂ ਬਾਥਰੂਮ ਵਗੈਰਾ ਕਰਦੇ ਹਾਂ ਤਾਂ ਕੀ ਹੋ ਜਾਂਦਾ ਆਪਣਾ B9 ਬੋਡੀ ਤੋਂ ਬਾਹਰ ਚਲਾ ਜਾਂਦਾ, ਤਾਂ ਇਸ ਕਰਕੇ ਇਹਨੂੰ ਹਰ ਰੋਜ਼ ਲੈਣਾ ਪੈਂਦਾ ਤਾਂ ਜੋ ਇਹਦੀ ਜ਼ਰੂਰਤ ਜਾਂ ਇਹਦੀ ਕਮੀ ਨਾ ਹੋਵੇ। ਠੀਕ ਹੈ, ਤਾਂ ਇਹ ਹੈਗਾ ਭਾਈ ਵਿਟਾਮਿਨ B9। ਹੁਣ ਕੀ ਹੁੰਦਾ ਇਹਦੇ ਵਿੱਚ ਬਿਮਾਰੀਆਂ ਕਿਹੜੀਆਂ ਲੱਗਦੀਆਂ ਨੇ, ਪਹਿਲਾਂ ਬਿਮਾਰੀਆਂ ਲੱਗ ਕਿਹਨੂੰ ਸਕਦੀਆਂ ਨੇ, ਕਹਿੰਦਾ ਅਲਕੋਹਲਿਜ਼ਮ ਹੁੰਦਾ ਵੀ ਜਿਵੇਂ ਕੋਈ ਬੰਦਾ ਬਹੁਤ ਜ਼ਿਆਦਾ ਸ਼ਰਾਬ ਦਾ ਸੇਵਨ ਕਰਦਾ ਹੈ। ਠੀਕ ਹੈ, ਤਾਂ ਉਹਦੇ ਵਿੱਚ ਕੀ ਹੁੰਦਾ ਵੀ ਜਿਹੜਾ ਫੋਲੇਟ ਜਾਂ ਫੋਲਿਕ ਐਸਿਡ ਹੁੰਦਾ ਹੈ ਨਾ, ਉਹ ਕਹਿੰਦਾ ਵੀ ਜਿਹੜਾ ਬਹੁਤ ਜਲਦੀ ਟੁੱਟ ਜਾਂਦਾ ਆਪਣੇ ਸਰੀਰ ਦੇ ਵਿੱਚ, ਮਤਲਬ ਕਿ ਉਹ ਟੁੱਟਣ ਦੀ ਗਤੀ ਉਹਦੀ ਵੱਧ ਜਾਂਦੀ ਹੈ। ਤੇ ਜਿਹੜਾ ਸ਼ਰਾਬੀ ਬੰਦਾ ਹੁੰਦਾ ਕਹਿੰਦਾ ਜਲਦੀ ਕੀ ਕਰਦਾ ਉਹ, ਨਾ ਤਾਂ ਉਹਨੂੰ ਭੋਜਨ ਪਸੰਦ ਹੁੰਦੇ ਨੇ ਜਿਹਦੇ ਵਿੱਚ ਕੀ ਹੁੰਦਾ ਫੋਲਿਕ ਐਸਿਡ ਹੁੰਦਾ ਹੈ, ਤਾਂ ਇਸੇ ਕਰਕੇ ਉਹਦੇ ਵਿੱਚ ਕੀ ਆ ਜਾਂਦੀ ਹੈ ਕਮੀ ਆ ਜਾਂਦੀ ਹੈ ਵਿਟਾਮਿਨ B9 ਦੀ। ਠੀਕ ਹੈ, ਅਗਲਾ ਹੈਗਾ ਰਾਜੇ ਪ੍ਰੈਗਨੈਂਸੀ ਵਾਸਤੇ, ਤਾਂ ਤੁਹਾਨੂੰ ਮੈਂ ਦੱਸ ਹੀ ਚੁੱਕਿਆ। ਹੁਣ ਵਾਰ-ਵਾਰ ਮੈਂ ਤਾਂ ਸਟ੍ਰੈਸ ਪਾ ਰਿਹਾ ਇਹਦੇ ਉੱਪਰ ਕਿਉਂਕਿ ਇਹਦੇ ਉੱਪਰੋਂ ਹੀ ਕੁਐਸਚਨ ਪੁੱਛੇ ਜਾਂਦੇ। ਇਸ ਜਿਹੜੇ ਵਿਟਾਮਿਨ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਇਹੀ ਹੈ RNA DNA ਤੇ ਆਪਣਾ ਪ੍ਰੈਗਨੈਂਸੀ ਵਾਲਾ। ਠੀਕ ਹੈ, ਤਾਂ ਗਰਭ ਅਵਸਥਾ ਦੇ ਦੌਰਾਨ ਕਹਿੰਦਾ ਜੀ ਫੋਲੇਟ ਦੀ ਜ਼ਰੂਰਤ ਸਭ ਤੋਂ ਵੱਧ ਹੁੰਦੀ ਹੈ, ਕਿਉਂਕਿ ਕਹਿੰਦਾ ਜਿਵੇਂ ਸ਼ਿਸ਼ੂ ਹੋ ਗਿਆ, ਬੱਚਾ ਹੋ ਗਿਆ ਛੋਟਾ, ਉਹਦੇ ਸੈੱਲ ਬਣਨੇ ਨੇ, ਹੌਲੀ ਸੈੱਲ ਬਣਦੇ ਹਨ ਨਾ, ਤਾਂ ਹੀ ਉਹਦੀ ਸ਼ੇਪ ਬਣਦੀ ਹੈ। ਤਾਂ ਉਹਨੂੰ ਵਿਕਸਿਤ ਹੋਣ ਵਾਸਤੇ ਕੀ ਚਾਹੀਦਾ ਆਪਾਂ ਨੂੰ ਫੋਲਿਕ ਐਸਿਡ ਚਾਹੀਦਾ। ਓਕੇ, ਨੈਕਸਟ ਦੇਖਦੇ ਹਾਂ। ਹੁਣ ਕਹਿੰਦਾ ਵੀ ਜਿਹੜੇ ਫੋਲਿਕ ਐਸਿਡ ਦੀ ਘਾਟ ਨਾਲ ਕਹਿੰਦਾ ਖੂਨ ਦੇ ਵਿੱਚ ਅਨੀਮੀਆ ਨਾਮ ਦੀ ਬਿਮਾਰੀ ਹੋ ਜਾਂਦੀ ਆ। ਮੋਸਟ ਇੰਪੋਰਟੈਂਟ ਚੀਜ਼ ਹੈ ਇਹ। ਅਨੀਮੀਆ ਬਾਰੇ ਬਹੁਤ ਪੁੱਛਿਆ ਜਾਂਦਾ। ਅਨੀਮੀਆ ਕੀ ਚੀਜ਼ ਹੁੰਦੀ ਹੈ ਰਾਜੇ, ਜਦੋਂ ਕਿ ਰੈੱਡ ਬਲੱਡ ਸੈੱਲ ਜਿਹੜੇ ਉਹ ਘਟ ਜਾਣ,
ਨੋਰਮਲ ਦੇ ਨਾਲੋਂ ਰੈੱਡ ਬਲੱਡ ਸੈੱਲ ਕੀ ਹੋਣ, ਘੱਟ ਹੋਣ, ਉਸ ਬੰਦੇ ਨੂੰ ਕੀ ਹੋ ਜਾਂਦੀ ਆ, ਅਨੀਮੀਆ ਨਾਲ ਦੀ ਬਿਮਾਰੀ ਹੋ ਜਾਂਦੀ ਆ। ਹੁਣ ਅਨੀਮੀਆ ਇਕੱਲੀ ਇੱਕ ਵਿਟਾਮਿਨ ਕਰਕੇ ਨਹੀਂ ਹੁੰਦੀ, 3 ਵਿਟਾਮਿਨਾਂ ਕਰਕੇ ਹੁੰਦੀ ਆ, ਵਿਟਾਮਿਨ B9 ਕਰਕੇ, 12 ਕਰਕੇ ਤੇ ਵਿਟਾਮਿਨ C ਕਰਕੇ। ਪਰ ਜੇ ਆਪਸ਼ਨ ਦੇ ਵਿੱਚ ਤਿੰਨੇ ਪਏ ਹੋਏ ਤਾਂ ਤਿੰਨੇ ਆਪਸ਼ਨਾਂ ਰਾਈਟ ਹੋਣਗੀਆਂ। ਲਿਖਿਆ ਹੋਊਗਾ ਉੱਥੇ ਕਿ ਆਪਸ਼ਨ A B C ਆਰ ਕਰੈਕਟ, ਠੀਕ ਹੈ। ਤਾਂ ਤੁਸੀਂ ਦਿਮਾਗ ਖੋਲ ਕੇ ਰੱਖਣਾ। ਫਿਲਹਾਲ ਤੁਸੀਂ ਵਿਟਾਮਿਨ B9 ਬਾਰੇ ਪੜ੍ਹੋ ਵੀ ਫੋਲਿਕ ਐਸਿਡ ਦੀ ਘਾਟ ਨਾਲ ਕਿਹੜੀ ਬਿਮਾਰੀ ਹੋ ਜਾਂਦੀ ਹੈ, ਅਨੀਮੀਆ ਹੋ ਜਾਂਦੀ ਹੈ। ਤਾਂ ਅਨੀਮੀਆ ਦੇ ਵਿੱਚ ਕੀ ਹੁੰਦਾ, ਕਹਿੰਦਾ ਵੀ ਅਜਿਹੀ ਸਥਿਤੀ ਹੈ ਜਿਸ ਵਿੱਚ ਕਹਿੰਦਾ ਤੁਹਾਡੇ ਸਰੀਰ ਦੇ ਟਿਸ਼ੂਆਂ ਲਈ ਢੁਕਵੀਂ ਆਕਸੀਜਨ ਲਿਜਾਣ ਲਈ ਤੁਹਾਡੇ ਕੋਲ ਲੋੜੀਂਦੇ ਸਿਹਤਮੰਦ ਲਾਲ ਲਹੂ ਦੇ ਸੈੱਲ ਨਹੀਂ ਹੁੰਦੇ। ਤਾਂ ਤੁਹਾਨੂੰ ਮੈਂ ਦੱਸ ਕੇ ਹਟਿਆ ਰਾਜੇ, ਅਨੀਮੀਆ ਕੀ ਹੁੰਦਾ, ਜਿਹਦੇ ਵਿੱਚ ਕੀ ਹੁੰਦਾ, ਰੈੱਡ ਬਲੱਡ ਸੈੱਲ ਘਟ ਜਾਂਦੇ ਆ। ਤਾਂ ਰੈੱਡ ਬਲੱਡ ਸੈੱਲ ਦਾ ਕੰਮ ਕੀ ਹੁੰਦਾ, ਆਪਣੇ ਸਰੀਰ ਦੇ ਵੱਖਰੇ ਵੱਖਰੇ ਥਾਂ ਤੇ ਕੀ ਲੈ ਕੇ ਜਾਣਾ, ਆਕਸੀਜਨ ਲੈ ਕੇ ਜਾਣੀ, ਜਿਹਨੂੰ ਕੀ ਕਰਦਾ, ਆਪਣਾ ਦਿਲ ਪੰਪ ਕਰਦਾ ਹੈ ਨਾ। ਤੇ ਜੇ ਆਪਣੇ ਕੋਲ ਸੈੱਲ ਹੀ ਨਹੀਂ ਹੋਣਗੇ ਤਾਂ ਜੇ ਮੰਨ ਲਓ ਕਿ ਆਪਾਂ ਆਪਣੇ ਅੰਡਰ ਬੰਦੇ ਰੱਖੇ ਆ ਤਾਂ ਬੰਦੇ ਘਟ ਜਾਣ ਤੇ ਆਪਾਂ ਹੁਣ ਜੇ ਬੰਦਾ ਮਤਲਬ ਘਟ ਜਾਣ ਤੇ ਆਪਾਂ ਆਰਡਰ ਮਾਰਾਂਗੇ ਭਾਈ ਕੰਮ ਕਰੋ, ਤਾਂ ਜਿੰਨੇ ਬੰਦੇ ਉਨੇ ਕੰਮ ਕਰਨਗੇ ਨਾ। ਤਾਂ ਫਿਰ ਕੀ ਹੋਊਗਾ, ਤਾਂ ਰੈੱਡ ਬਲੱਡ ਸੈੱਲ ਘੱਟ ਹੋਣਗੇ ਤਾਂ ਕੀ ਹੋ ਜਾਊਗਾ, ਆਪਣੇ ਸਰੀਰ ਨੂੰ ਢੁਕਵੀਂ ਆਕਸੀਜਨ ਨਹੀਂ ਮਿਲੂਗੀ, ਆਪਾਂ ਨੂੰ ਸਾਹ ਦੀਆਂ ਬਿਮਾਰੀਆਂ ਹੋ ਸਕਦੀਆਂ ਨੇ। ਉਸ ਤੋਂ ਬਾਅਦ ਕਹਿੰਦਾ ਵੀ ਨੀਮੀਆ ਦੇ ਨਾਲ ਕਹਿੰਦਾ ਤੁਸੀਂ ਥੱਕੇ ਤੇ ਕਮਜ਼ੋਰ ਮਹਿਸੂਸ ਕਰੋਗੇ। ਤੇ ਨੀਮੀਆ ਕੀ ਹੁੰਦਾ, ਕਹਿੰਦਾ ਵੀ ਅਸਥਾਈ ਟਾਈਮ ਵਾਸਤੇ ਜਾਂ ਲੰਮੇ ਸਮੇਂ ਵਾਸਤੇ ਹੋ ਸਕਦਾ ਹੈ। ਤੇ ਜੇ ਲੰਮੇ ਸਮੇਂ ਵਾਸਤੇ ਹੋਵੇ ਤਾਂ ਭਾਈ ਇਹ ਗੰਭੀਰ ਹੋ ਸਕਦਾ, ਇਹਦੇ ਵਿੱਚ ਡੈਥ ਵਗੈਰਾ ਹੋਣ ਦੇ ਚਾਂਸ ਵੀ ਵੱਧ ਜਾਂਦੇ ਨੇ। ਹੁਣ ਆਪਾਂ ਪੜ੍ਹਦੇ ਹਾਂ ਅਨੀਮੀਆ ਵਿੱਚ ਹੁੰਦਾ ਕੀ ਆ, ਦੇਖੋ ਆ ਤੁਹਾਡੇ ਸਾਹਮਣੇ ਇੱਕ ਪਿਕਚਰ ਆ, ਦੇਖੋ ਆ ਹੈਗਾ ਨੋਰਮਲ ਬੰਦੇ ਕਿਸੇ ਦਾ ਬਲੱਡ ਦਾ ਸਟਰਕਚਰ, ਕਹਿੰਦਾ ਰੈੱਡ ਬਲੱਡ ਸੈੱਲ ਆ ਵਾਈਟ ਨੇ, ਪੂਰੇ ਨੇ। ਪਰ ਜੇ ਆਪਾਂ ਅਨੀਮੀਆ ਵਾਲੇ ਬੰਦੇ ਦਾ ਲਈਏ ਤਾਂ ਦੇਖੋ ਘਟਦੇ ਤਾਂ ਦੋਨੇ ਸੈੱਲ ਨੇ, ਪਰ ਜ਼ਿਆਦਾ ਕਿਹੜੇ ਘਟਦੇ ਨੇ, ਰੈੱਡ ਬਲੱਡ ਸੈੱਲ ਘਟ ਜਾਂਦੇ ਨੇ। ਬਸ ਇਹ ਪੁੱਛਿਆ ਗਿਆ ਵਾਰ-ਵਾਰ ਕਿ ਰੈੱਡ ਬਲੱਡ ਸੈੱਲ ਦੀ ਕਮੀ ਹੋਣ ਨਾਲ ਕਿਹੜੀ ਬਿਮਾਰੀ ਹੁੰਦੀ ਹੈ, ਤਾਂ ਅਨੀਮੀਆ ਹੁੰਦੀ ਹੈ। ਤਾਂ ਕਿਹਦੀ ਘਾਟ ਕਰਕੇ ਹੁੰਦੀ ਆ, ਫੋਲਿਕ ਐਸਿਡ ਦੀ ਕਮੀ ਕਰਕੇ। ਤਾਂ ਆ ਹੈਗੇ ਭਾਈ ਸਿੰਪਟਮ ਇਹਦੇ। ਪਹਿਲਾ ਕੀ ਹੁੰਦਾ, ਕਹਿੰਦਾ ਆਪਾਂ ਵੀ ਬਹੁਤ ਕਮਜ਼ੋਰ ਮਹਿਸੂਸ ਕਰਦੇ ਹਾਂ ਹਰ ਟਾਈਮ ਤੇ, ਸਾਹ ਲੈਣ 'ਚ ਪ੍ਰੋਬਲਮ ਆਉਂਦੀ ਹੈ। ਉਸ ਤੋਂ ਬਾਅਦ ਕਹਿੰਦਾ ਠੀਕ ਹੈ, ਇਨਫੈਕਸ਼ਨ ਵਗੈਰਾ, ਜਿਵੇਂ ਮੰਨ ਲਓ ਕਿ ਬਹੁਤ ਜ਼ਿਆਦਾ ਆਪਾਂ ਨੂੰ ਜਲਦੀ ਕੀ ਲੱਗ ਜਾਂਦੀਆਂ ਨੇ, ਲਾਗ ਵਗੈਰਾ ਲੱਗ ਜਾਂਦੀਆਂ ਨੇ, ਜਾਂ ਆਪਣੇ ਹੱਥ ਪੈਰ ਬਹੁਤ ਠੰਡੇ ਰਹਿੰਦੇ ਨੇ। ਤੁਸੀਂ ਆਮ ਦੇਖਿਆ ਹੋਊਗਾ ਕਈ ਬੰਦਿਆਂ ਦੇ ਗਰਮੀਆਂ ਦੇ ਵਿੱਚ ਵੀ ਹੱਥ ਪੈਰ ਠੰਡੇ ਰਹਿੰਦੇ ਨੇ। ਜਾਂ ਪੈਲੋਰ ਹੁੰਦਾ, ਜਿਵੇਂ ਅੱਖ ਦੇ ਥੱਲੇ ਲਾਲੀ ਰਹਿੰਦੀ ਹੈ। ਜਾਂ ਪਿੱਕਾ ਹੁੰਦਾ, ਪਿੱਕਾ ਦੇਖੋ ਪਿੱਕਾ ਤਾਂ ਸਾਰਿਆਂ ਨੇ ਮਹਿਸੂਸ ਕੀਤਾ ਹੋਊਗਾ। ਮੰਨ ਲਓ ਬੰਦੇ ਨੇ ਰੋਟੀ ਨਾ ਖਾਣੀ, ਕੋਈ ਚਾਕ ਖਾ ਲਿਆ, ਸਾਬਣ ਖਾ ਲਿਆ, ਕੋਈ ਐਵੇਂ ਚੱਕ ਮਾਰ ਲਿਆ, ਕੋਈ ਚੀਜ਼ਾਂ ਮੂੰਹ 'ਚ ਪਾ ਲਈਆਂ, ਹੈ ਨਾ। ਪਿੱਕਾ ਹੁੰਦੀ ਜਿਵੇਂ ਆਮ ਤੌਰ 'ਤੇ ਵੈਸੇ ਬੱਚਿਆਂ 'ਚ ਦੇਖੀ ਜਾਂਦੀ ਹੈ ਬਿਮਾਰੀ ਇਹ, ਪਰ ਇਹ ਬੇਸਿਕਲੀ ਵੱਡਿਆਂ ਨੂੰ ਵੀ ਹੋ ਜਾਂਦੀ ਜਦੋਂ ਅਨੀਮੀਆ ਵਗੈਰਾ ਹੋ ਜਾਵੇ, ਠੀਕ ਹੈ। ਤਾਂ ਪਿੱਕਾ ਸਮਝ ਕੇ, ਜਿਵੇਂ ਮੰਨ ਲਓ ਕੋਈ ਕਾਗਜ਼ ਖਾ ਲੈਣਾ, ਮੂੰਹ 'ਚ ਪਾ ਲੈਣਾ, ਕੋਈ ਸਾਬਣ ਹੋ ਗਿਆ, ਚੌਕ ਹੋ ਗਿਆ, ਪੈਨਸਲ ਹੋ ਗਈ, ਨੌ ਹੋ ਗਈ, ਆਪਾਂ ਮੂੰਹ 'ਚ ਪਾਉਣੇ ਸ਼ੁਰੂ ਕਰ ਦਿੰਦੇ ਹਾਂ। ਤਾਂ ਉਦੋਂ ਸਮਝ ਲਓ ਕਿ ਸਿੰਪਟਮ ਨੇ ਕਿਹਦੇ, ਅਨੀਮੀਆ ਦੇ, ਰਾਈਟ। ਤਾਂ ਨੈਕਸਟ ਲਾਸਟ ਵਨ ਆਪਣਾ ਸਭ ਤੋਂ ਮੋਸਟ ਇੰਪੋਰਟੈਂਟ ਹੈਗਾ ਵਿਟਾਮਿਨ B12, ਠੀਕ ਹੈ। ਵਿਟਾਮਿਨ B12 ਬਾਰੇ ਇੱਕ ਗੱਲ ਜਾਣ ਲਓ ਕਿ ਇਹ ਜਿਹੜਾ ਹੈਗਾ ਪੂਰਨ ਤੌਰ 'ਤੇ ਤਾਂ ਨਹੀਂ ਕਹਿ ਸਕਦੇ, ਲੇਕਿਨ ਇਹਦੇ ਵਿੱਚ ਕੁਛ ਇੱਕ ਚੀਜ਼ ਹੁੰਦੀ ਹੈ ਜਿਹੜੀ ਕਿ ਮੈਨ ਮੇਡ ਹੈ, ਜਾਂ ਕਦੇ ਵੀ ਪੁੱਛਿਆ ਜਾਵੇ ਕਿ ਇਨਸਾਨ ਦੁਆਰਾ ਬਣਾਇਆ ਗਿਆ ਵਿਟਾਮਿਨ ਕਿਹੜਾ, ਤਾਂ B12 ਹੈ, ਠੀਕ ਹੈ। ਤਾਂ ਮਤਲਬ ਕਿ ਪ੍ਰੋਪਰ ਨਹੀਂ ਬਣਾਇਆ ਹੋਇਆ, ਕੁਛ ਇਹਦੇ ਵਿੱਚ ਜਿਹੜੇ ਹੁੰਦੇ ਨੇ ਤੱਤ ਹੁੰਦੇ ਨੇ ਉਹ ਬਣਾਏ ਗਏ ਨੇ ਇਨਸਾਨ ਦੇ ਦੁਆਰਾ, ਜਿਹਨੂੰ ਆਪਾਂ ਆਰਟੀਫਿਸ਼ਲ ਕਹਿ ਸਕਦੇ ਹਾਂ। ਤਾਂ ਇਹਦਾ ਜਿਹੜਾ ਨਾਮ ਹੈਗਾ ਭਾਈ ਵਿਗਿਆਨਿਕ ਹੈਗਾ ਸਾਈਨੋਕੋਬਲੈਮਿਨ, ਠੀਕ ਹੈ, B12 ਦਾ ਵਿਗਿਆਨਿਕ ਨਾਮ ਹੈ। ਤਾਂ ਇਹ ਵੀ ਕੀ ਹੈ ਭਾਈ, ਪਾਣੀ ਦੇ ਵਿੱਚ ਘੁਲਣਸ਼ੀਲ ਹੈ, ਤੇ ਇਹ ਕਹਿੰਦਾ ਕੁਦਰਤੀ ਤੌਰ 'ਤੇ ਕੁਝ ਖਾਣਿਆਂ ਵਿੱਚ ਮੌਜੂਦ ਹੁੰਦਾ ਹੈ। ਤਾਂ ਇਹਦਾ ਵੀ ਕੰਮ ਕੀ ਹੈ ਰਾਜੇ, ਲਾਲ ਲਹੂ ਦੇ ਸੈੱਲ ਤੇ DNA ਦੇ ਉਤਪਾਦਨ ਦੇ ਨਾਲ ਨਾਲ ਕਹਿੰਦਾ ਤੁਹਾਡੇ ਦਿਮਾਗੀ ਪ੍ਰਣਾਲੀ ਦੇ ਸਹੀ ਕੰਮਕਾਜ ਵਾਸਤੇ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਤਾਂ ਰਾਜੇ ਇਹਦੇ ਵਿੱਚ ਵੀ ਕੀ ਹੁੰਦਾ, ਆਪਣੇ ਰੈੱਡ ਬਲੱਡ ਸੈੱਲ ਹੋ ਗਏ, DNA ਹੋ ਗਿਆ, ਆਪਣੀ ਨਰਵਸ ਸਿਸਟਮ ਹੋ ਗਿਆ, ਦਿਮਾਗੀ ਪ੍ਰਣਾਲੀ ਹੋ ਗਈ, ਸਾਰਿਆਂ ਨੂੰ ਕੀ ਨੋਰਮਲ ਕੰਮ ਕਰਨ ਉਹਦੇ ਵਿੱਚ ਸਹਾਈ ਹੁੰਦਾ ਵਿਟਾਮਿਨ B12। ਤਾਂ ਹੁਣ ਜਿਹੜੀ ਆਹ ਸਲਾਈਡ ਆ ਇਹ ਹੈ ਮੋਸਟ ਇੰਪੋਰਟੈਂਟ B12 ਵਾਸਤੇ। ਇਹਦੇ ਵਿੱਚ ਕੀ ਕਹਿੰਦਾ ਵੀ ਜਿਹੜਾ B12 ਆ ਨਾ ਕਈ ਰੂਪ ਦੇ ਵਿੱਚ ਮੌਜੂਦ ਹੁੰਦਾ ਹੈ। ਤਾਂ ਇਹਦੇ ਵਿੱਚ ਇੱਕ ਮੋਸਟ ਇੰਪੋਰਟੈਂਟ ਖਣਿਜ ਪਾਇਆ ਜਾਂਦਾ, ਮਿਨਰਲ ਪਾਇਆ ਜਾਂਦਾ, ਜਿਹਨੂੰ ਕਹਿੰਦੇ ਆ ਕੋਬਾਲਟ, ਠੀਕ ਹੈ। ਕੋਬਾਲਟ ਕਹਿ ਦਿੰਦੇ ਆ, ਕੋਬਲਟ ਕਹਿ ਦਿੰਦੇ ਆ, ਕੋਬਾਲਟ ਹੀ ਤੁਸੀਂ ਯਾਦ ਰੱਖਿਓ, ਵੈਸੇ ਕੋਬਾਲਟ ਹੁੰਦਾ ਹੈ, ਠੀਕ ਹੈ। ਤਾਂ ਇਹ ਬਹੁਤ ਵਾਰ ਪੁੱਛਿਆ ਜਾਂਦਾ ਵੀ ਕਿਹੜੇ ਵਿਟਾਮਿਨ ਦੇ ਵਿੱਚ ਇੱਕ ਖਣਿਜ ਪਾਇਆ ਜਾਂਦਾ, ਮਿਨਰਲ ਪਾਇਆ ਜਾਂਦਾ, ਦੈਟ ਇਜ਼ ਕਾਲਡ ਕੋਬਾਲਟ। ਤਾਂ ਵਿਟਾਮਿਨ B12 'ਚ ਪਾਇਆ ਜਾਂਦਾ ਭਾਈ। ਤੇ ਜੇ ਕਹਿੰਦਾ ਵੀ ਇਹਦੇ ਵਿੱਚ ਕੋਬਾਲਟ ਕੀ ਹੁੰਦਾ ਹੈ, ਇੱਕ ਰਾਜੇ ਨਾ ਮਤਲਬ ਕਿ ਇੱਕ ਤਰ੍ਹਾਂ ਦਾ ਨਾ ਕਿ ਉਹ ਮਿਨਰਲ ਹੈ, ਤੁਹਾਨੂੰ ਮੈਂ ਫੋਟੋ ਲਗਾਉਣੀ ਭੁੱਲ ਗਿਆ, ਫਿਰ ਕਿਸ ਦਿਨ ਤੁਹਾਨੂੰ ਦਿਖਾ ਦੂੰਗਾ। ਵੈਸੇ ਤੁਸੀਂ ਨਾ ਗੂਗਲ 'ਤੇ ਜਾ ਕੇ ਸਰਚ ਕਰ ਲਿਓ ਕੋਬਾਲਟ ਬਾਰੇ, ਠੀਕ ਹੈ।
ਤਾਂ ਇਹਦੇ ਵਿੱਚ ਕੀ ਆ, ਕਹਿੰਦਾ ਵੀ ਇਹ 12 ਤਰ੍ਹਾਂ ਦੀਆਂ ਕਿਰਿਆਵਾਂ ਵਾਲੇ ਮਿਸ਼ਰਣ ਦੇ ਸਮੂਹ ਦੇ ਤੌਰ ਤੇ ਕਹਿੰਦਾ ਇਹਨੂੰ ਕੋਬਾਲਮਿਨਸ ਵੀ ਕਿਹਾ ਜਾਂਦਾ ਹੈ। ਕਿਹਨੂੰ ਕਿਹਾ ਜਾਂਦਾ ਹੈ? B12 ਨੂੰ। ਇਹ ਨਾ ਵੱਖਰੀਆਂ ਵੱਖਰੀਆਂ ਮਤਲਬ ਰਿਐਕਸ਼ਨਸ ਕਰਦਾ ਹੈ ਆਪਣੇ ਸਰੀਰ ਦੇ ਵਿੱਚ। ਉਹ ਮੈਂ ਤੁਹਾਨੂੰ ਦੱਸ ਦਿੰਦਾ ਕੀ ਕਰਦਾ ਹੈ। ਚਲੋ ਮਤਲਬ ਕਿ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਬਸ ਜਿਹੜੀ ਚੀਜ਼ ਯਾਦ ਰੱਖਣੀ ਆ ਉਹ ਯਾਦ ਇਹ ਰੱਖਣੀ ਹੈ ਕਿ ਜਿਹੜਾ ਕੋਬਾਲਟ ਨਾਂ ਦਾ ਜਿਹੜਾ ਮਿਨਰਲ ਹੈ, ਖਣਿਜ ਹੈ, ਉਹ ਕਿੱਥੇ ਪਾਇਆ ਜਾਂਦਾ ਹੈ, ਕਿਹੜੇ ਵਿਟਾਮਿਨ 'ਚ ਪਾਇਆ ਜਾਂਦਾ ਹੈ? ਵਿਟਾਮਿਨ B12 ਦੇ ਵਿੱਚ ਪਾਇਆ ਜਾਂਦਾ ਹੈ। ਠੀਕ ਹੈ, ਤਾਂ ਤੁਹਾਨੂੰ ਮੈਂ ਦੇਖੋ ਇਹ ਮੈਂ ਤਾਂ ਕਹਿ ਰਿਹਾ ਵਾਰ-ਵਾਰ, ਇਹਦੇ ਉੱਤੇ ਮੈਂ ਤਾਂ ਦੇ ਰਿਹਾ। ਦੇਖੋ ਇਹਨੇ ਇੱਥੇ ਕੀ ਕੀਤਾ, ਆਪਾਂ ਨੂੰ ਅਗਰ ਕੋਬਾਲਟ ਯਾਦ ਰਹੂਗਾ ਤਾਂ ਹੀ ਆਪਾਂ ਕੋਬਾਲਮਿਨ ਹੋ ਗਿਆ, ਕੋਬਾਲਮਿਨਸ ਕਹਿ ਦਿੰਦੇ ਆ ਜਾਂ ਕੁਝ ਵੀ ਕਹਿ ਦੇਣ। ਠੀਕ ਹੈ, ਤਾਂ ਉਹਦੇ ਵਾਸਤੇ ਆਨਸਰ ਕੀ ਆਊਗਾ? ਆਪਣਾ B12 ਆਨਸਰ ਆ ਜਾਊਗਾ। ਠੀਕ ਹੈ, ਤਾਂ ਪੁੱਛ ਰਿਹਾ ਕਹਿੰਦਾ ਨਿਮਨਲਿਖਤ ਵਿੱਚੋਂ ਕਿਹੜਾ ਵਿਟਾਮਿਨ ਕੋਬਾਲਮਿਨ ਵਜੋਂ ਜਾਣਿਆ ਜਾਂਦਾ ਹੈ? ਤਾਂ B12। ਤਾਂ ਕਿਉਂਕਿ ਇਹਦੇ ਵਿੱਚ ਕਿਹੜਾ ਮਿਨਰਲ ਪਾਇਆ ਜਾਂਦਾ? ਕੋਬਾਲਟ ਨਾਂ ਦਾ ਮਿਨਰਲ ਪਾਇਆ ਜਾਂਦਾ ਹੈ। ਰਾਈਟ। ਹੁਣ ਇਹਦੇ ਵਿੱਚ ਕੀ ਕਹਿੰਦਾ ਵੀ ਜਿਹੜਾ B12 ਆ, ਕਹਿੰਦਾ ਕੁਦਰਤੀ ਤੌਰ ਤੇ ਨਾ ਮਾਸਾਹਾਰੀ ਖਾਣਿਆਂ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ, ਜਿਵੇਂ ਮੀਟ ਹੋ ਗਿਆ, ਮੱਛੀ ਹੋ ਗਈ, ਪਲੋਟਰੀ ਹੋ ਗਿਆ। ਠੀਕ ਆ, ਪੋਲਟਰੀ ਹੋ ਗਿਆ। ਪੋਲਟਰੀ ਹੁੰਦੀ ਜਿਵੇਂ ਮਤਲਬ ਕਿ ਛੋਟੇ ਆਹ ਜਿਹੜੇ ਮੀਟ ਵਗੈਰਾ ਖਾਂਦੇ ਆ, ਕੁੱਕੜ ਵਗੈਰਾ ਦਾ, ਤਾਂ ਅੰਡੇ ਵਗੈਰਾ ਸ਼ਾਮਲ ਨੇ। ਤੇ ਨਾਲ ਹੀ ਸ਼ਾਕਾਹਾਰੀ ਭੋਜਨ ਦੇ ਵਿੱਚ ਵੀ ਕੁਝ ਮਾਤਰਾ 'ਚ ਪਾਇਆ ਜਾਂਦਾ, ਜਿਵੇਂ ਰੋਟੀ ਤੇ ਦੁੱਧ ਦੇ ਵਿੱਚ ਵੀ ਪਾਇਆ ਜਾਂਦਾ ਹੈ। ਤੇ ਕਹਿੰਦਾ ਪਰ ਕਹਿੰਦਾ ਬਦਕਿਸਮਤੀ ਦੇ ਨਾਲ ਕਹਿੰਦਾ ਜਿਹੜਾ B12 ਦੀ ਘਾਟ ਨਾ ਉਹ ਬਹੁਤ ਆਮ ਪਾਈ ਜਾਂਦੀ ਆ। ਇਹਦੀ ਡੈਫੀਸ਼ੀਐਂਸੀ ਬਹੁਤ ਹੁੰਦੀ ਆ, ਖਾਸ ਕਰਕੇ ਕਿਹਦੇ ਵਿੱਚ ਹੁੰਦੀ ਹੈ? ਬਜ਼ੁਰਗਾਂ ਦੇ ਵਿੱਚ ਹੁੰਦੀ ਹੈ। ਕਿਹਦੀ? B12 ਦੀ। ਤਾਂ ਪੁੱਛਿਆ ਜਾ ਸਕਦਾ ਰਾਜੇ ਐਲਡਰ ਜਿਹੜੀ ਏਜ ਹੈ ਉਹਦੇ ਵਿੱਚ ਕਿਹੜੇ ਵਿਟਾਮਿਨ ਦੀ ਕਮੀ ਸਭ ਤੋਂ ਵੱਧ ਹੁੰਦੀ ਹੈ? ਤਾਂ ਵਿਟਾਮਿਨ B12 ਦੀ ਕਮੀ ਸਭ ਤੋਂ ਵੱਧ ਹੁੰਦੀ ਹੈ। ਹੁਣ ਗੱਲ ਕਰਦੇ ਹਾਂ ਭਾਈ, ਅਨੀਮੀਆ ਆਪਾਂ ਪੜ੍ਹ ਲਿਆ, ਪਰ ਗੱਲ ਕਰਦੇ ਹਾਂ ਜੇ ਉਹ ਗੱਲ ਕਰੂਗਾ ਮੈਗਲੋਬਲਾਸਟਿਕ ਅਨੀਮੀਆ। ਠੀਕ ਆ, ਮੈਗਾਬਲਾਸਟਿਕ ਅਨੀਮੀਆ ਦੀ ਗੱਲ ਕਰੂਗਾ ਤਾਂ ਉਹ ਹੁੰਦਾ ਭਾਈ B12 ਦੀ ਕਮੀ ਕਰਕੇ। ਤੇ ਪਰ ਜੇ ਇਕੱਲਾ ਅਨੀਮੀਆ ਵੀ ਕਹਿ ਦੇਵੇ ਤਾਂ ਤਿੰਨ ਵਿਟਾਮਿਨ ਨੇ। ਵਿਟਾਮਿਨ ਕੀ ਆਪਣਾ ਜਿਹੜਾ ਫੋਲਿਕ ਐਸਿਡ ਹੋ ਗਿਆ, ਆਪਣਾ B12 ਹੋ ਗਿਆ ਤੇ ਵਿਟਾਮਿਨ C, ਤਿੰਨੇ ਅਨੀਮੀਆ ਦੇ ਕਾਰਨ ਹੁੰਦੇ ਨੇ। ਪਰ ਜੇ ਸਪੈਸ਼ਲ ਵਰਡ ਲਿਖ ਦੂਗਾ ਤਾਂ B12 ਹੁੰਦਾ ਰਾਜੇ, ਜਿਹਨੂੰ ਕਹਿ ਦਿੰਦੇ ਆ ਮੈਗਾਬਲਾਸਟਿਕ ਅਨੀਮੀਆ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੁੰਦਾ ਰਾਜੇ, ਜਿਹੜੇ ਲਾਲ ਲਹੂ ਦੇ ਸੈੱਲ ਹੁੰਦੇ ਉਹਦੇ ਵਿੱਚ ਇਕੱਲੇ ਅਨੀਮੀਆ ਦੇ ਵਿੱਚ ਕੀ ਹੁੰਦੇ ਆ? ਘਟ ਜਾਂਦੇ ਆ। ਪਰ ਇਹਦੇ ਵਿੱਚ ਕੀ ਹੁੰਦਾ ਕਿ ਆਮ ਦੇ ਨਾਲੋਂ ਵੱਡੇ ਹੋ ਜਾਂਦੇ ਆ, ਮਤਲਬ ਕਿ ਉਹਨਾਂ ਦਾ ਸ਼ੇਪ ਹੁੰਦੇ ਆ, ਉਹਨਾਂ ਦਾ ਆਕਾਰ ਕੀ ਹੋ ਜਾਂਦਾ ਹੈ? ਨਾਰਮਲ ਦੇ ਨਾਲੋਂ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ, ਤਾਂ ਮੈਗਾ ਤਾਂ ਹੀ ਹੈ। ਦੇਖੋ ਮੈਗਾ ਦਾ ਮਤਲਬ ਕੀ ਹੁੰਦਾ? ਵੱਡਾ। ਤਾਂ ਯਾਦ ਰੱਖ ਲਿਓ ਇੱਥੋਂ ਮੈਗਾ ਦਾ ਮਤਲਬ ਕੀ ਹੁੰਦਾ? ਵੱਡਾ। ਆਪਾਂ ਕਹਿੰਦੇ ਨਾ ਮੈਗਾ ਸੇਲ ਹੋ ਗਈ, ਮੈਗਾ ਬਿਗ ਬਾਜ਼ਾਰ ਹੋ ਗਿਆ, ਤਾਂ ਮੈਗਾ ਕਹਿ ਦਿੰਦੇ ਆ, ਮੈਗਾ ਕਹਿ ਦਿੰਦੇ ਹੈ ਨਾ। ਪ੍ਰੋਨਾਊਂਸੀਏਸ਼ਨ ਦੇ ਵਿੱਚ ਫਰਕ ਹੋ ਸਕਦੀ ਹਰ ਇੱਕ ਇਨਸਾਨ ਦੇ। ਤਾਂ ਮੈਗਾ ਤੋਂ ਯਾਦ ਰੱਖ ਲਿਓ ਕਿ ਬਹੁਤ ਵੱਡਾ। ਠੀਕ ਹੈ, ਤਾਂ ਦੋ ਆਮ ਦੇ ਨਾਲੋਂ ਕੀ ਆ? ਲਾਲ ਲਹੂ ਦੇ ਸੈੱਲ ਕੀ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਆ। ਤਾਂ ਅਨੀਮੀਆ ਤੋਂ ਯਾਦ ਰੱਖਿਓ ਵੀ ਲਾਲ ਲਹੂ ਸੈੱਲਾਂ ਦੀ ਪ੍ਰੋਬਲਮ, ਤੇ ਮੈਗਾ ਤੋਂ ਯਾਦ ਰੱਖਿਓ ਆਮ ਦੇ ਨਾਲੋਂ ਵੱਡੇ। ਠੀਕ ਹੈ, ਤਾਂ ਰਾਜੇ ਆ ਦੇਖ ਲਓ, ਆ ਨਾਰਮਲ ਬਲੱਡ ਸੈੱਲ ਆ ਹੈਗੇ ਭਾਈ ਤੁਹਾਡੇ ਮੈਗਾਬਲਾਸਟਿਕ ਅਨੀਮੀਆ ਵਾਲੇ ਸੈੱਲ। ਰਾਈਟ। ਤੇ ਅੱਗੇ ਆਪਾਂ ਦੇਖਦੇ ਹਾਂ, ਕਹਿੰਦਾ ਕਿਸ ਵਿਟਾਮਿਨ ਨੂੰ ਕਹਿੰਦਾ ਆਪਣੀ ਕਿਰਿਆ ਲਈ ਕੋਬਾਲਟ ਦੀ ਜ਼ਰੂਰਤ ਹੁੰਦੀ ਹੈ। ਦੇਖੋ ਕੋਬਾਲਟ ਤੇ ਵੀ ਪੁੱਛਿਆ ਗਿਆ, ਤਾਂ ਕਿਹੜੇ ਵਿਟਾਮਿਨ ਨੂੰ ਜ਼ਰੂਰਤ ਹੁੰਦੀ ਹੈ? ਕੋਬਾਲਟ ਕਿਸ 'ਚ ਪਾਇਆ ਜਾਂਦਾ ਹੈ? ਵਿਟਾਮਿਨ B12 'ਚ ਪਾਇਆ ਜਾਂਦਾ ਹੈ। ਠੀਕ ਹੈ, ਤਾਂ ਵਿਗਿਆਨਿਕ ਨਾਮ ਵੀ ਦੇ ਸਕਦੇ ਆ ਭਾਈ, ਦਿਮਾਗ ਖੋਲ ਕੇ। ਹੁਣ ਗੱਲ ਕਰਦੇ, ਕਹਿੰਦਾ ਅਨੀਮੀਆ ਦੀ ਘਾਟ, ਅਨੀਮੀਆ ਡੈਸ਼ ਦੀ ਘਾਟ ਕਾਰਨ ਹੁੰਦਾ ਹੈ। ਤਾਂ ਇੱਥੇ ਦੇਖੋ ਲਿਖਿਆ ਹੋਇਆ ਕੋਬਾਲਮਿਨ, ਪਿਰੋਡੋਕਸਾਈਨ, ਨਿਆਸੀਨ, ਫੋਲਿਕ ਐਸਿਡ। ਤਾਂ ਰਾਜੇ ਇੱਥੇ ਦੇਖੋ ਫੋਲਿਕ ਐਸਿਡ ਤੁਹਾਨੂੰ ਪਤਾ ਹੀ ਆ ਕਿਹਦਾ ਨਾਮ ਹੈ? B9 ਦਾ, ਹੈ ਨਾ। ਤਾਂ ਪਰ ਜੇ ਦੇਖੋ ਮੇਰੀ ਗੱਲ ਸੁਣੋ, ਬਾਕੀ ਜੇ ਦਿੱਤੇ ਹੁੰਦੇ ਤਾਂ ਬਾਕੀ ਆਪਸ਼ਨ ਵੀ ਆ ਸਕਦੀ ਸੀਗੀ। ਹੁਣ ਨਾ ਤਾਂ ਕੋਈ ਇੱਥੇ ਵਿੱਚ B12 ਪਿਆ ਤੇ ਨਾ ਹੀ ਕੋਈ ਵਿਟਾਮਿਨ C ਪਿਆ, ਤਾਂ ਇੱਥੇ ਇਕੱਲਾ ਇੱਕ ਹੀ ਵਿਟਾਮਿਨ ਪਿਆ ਫੋਲਿਕ ਐਸਿਡ, ਤਾਂ ਫੋਲਿਕ ਐਸਿਡ ਆ ਗਿਆ। ਪਰ ਜੇ ਅਨੀਮੀਆ ਦੀ ਗੱਲ ਕਰੂਗਾ, ਜੇ ਵਿਟਾਮਿਨ ਫੋਲੇਟ ਪਿਆ ਹੋਇਆ ਜਾਂ ਫੋਲਿਕ ਐਸਿਡ ਪਿਆ ਹੋਇਆ, ਵਿਟਾਮਿਨ B12 ਪਿਆ ਹੋਇਆ ਜਾਂ ਵਿਟਾਮਿਨ C ਪਿਆ ਹੋਇਆ, ਤਾਂ ਤਿੰਨੇ ਆਪਸ਼ਨਾਂ ਕੀ ਹੋ ਜਾਣਗੀਆਂ? ਕਰੈਕਟ ਹੋ ਜਾਣਗੀਆਂ, ਕਨਫਿਊਜ਼ ਨਹੀਂ ਹੋਣਾਗਾ। ਠੀਕ ਹੈ, ਤਾਂ ਅਨੀਮੀਆ ਤਿੰਨਾਂ ਦੇ ਨਾਲ ਹੁੰਦਾ ਹੈ। ਤੇ ਜੇ ਮੈਗਾ ਦੀ ਗੱਲ ਕਰੂਗਾ ਤਾਂ ਕੀ ਆ? B12 ਇਕੱਲਾ ਹੁੰਦਾ ਹੈ। ਠੀਕ ਹੈ, ਤਾਂ ਲਾਸਟ ਦੇ ਵਿੱਚ ਰਾਜੇ ਵਿਟਾਮਿਨਾਂ ਦਾ ਪਤਾ ਆਪਾਂ ਭੋਗ ਅੱਜ। ਤੇ ਵਿਟਾਮਿਨ ਦੇ ਉੱਪਰ ਮੈਂ 2 ਕੁਐਸਚਨ ਪੁੱਛ ਰਿਹਾ, ਦਿਮਾਗ ਖੋਲ ਕੇ ਆਨਸਰ ਦੇਣਾ। ਜੇ ਤੁਸੀਂ ਵੀਡੀਓ ਸਾਰੀਆਂ ਤਿੰਨ ਦੀਆਂ ਤਿੰਨ ਵੀਡੀਓ ਵਿਟਾਮਿਨ ਦੇ ਉੱਪਰ ਆਈਆਂ, ਜੇ ਤੁਸੀਂ ਦਿਮਾਗ ਖੋਲ ਕੇ ਸੁਣੀਆਂ, ਰਿਪੀਟ ਕੀਤੀਆਂ, ਹਾਰਡ ਵਰਕ ਕੀਤਾ ਜਾਂ ਸੈਲਫ ਸਟੱਡੀ ਕੀਤੀ ਹੈ, ਤੁਸੀਂ ਆਨਸਰ ਬਿਲਕੁਲ ਠੀਕ ਦਿਓਗੇ। ਤੇ ਹਜੇ ਵੀ ਬਹੁਤ ਜਿਹੜੇ ਮਹਾਰਥੀ ਨੇ ਆਪਣੇ ਉਹ ਆਨਸਰ ਨਹੀਂ ਕਰਦੇਗੇ। ਤਾਂ ਰਾਜੇ ਇਹ ਜਿਹੜਾ ਰਾਈਟ ਟਾਈਮ ਚੱਲ ਰਿਹਾ ਤੁਹਾਡਾ ਸਟੱਡੀ ਦਾ, ਕਿਉਂਕਿ ਜੇ ਨੋਟਿਸ ਆ ਗਿਆ ਪੇਪਰ ਦਾ ਤਾਂ ਤੁਸੀਂ
ठीक है। हफड़ा दफड़ी ਦੇ ਵਿੱਚ ਕੀ ਕਰੋਗੇ, ਸਾਰੀਆਂ ਵੀਡੀਓ ਦੇਖਣੀਆਂ ਸ਼ੁਰੂ ਕਰੋਗੇ ਇੱਕ ਦਿਨ ਦੇ ਵਿੱਚ, ਤੇ ਜਦੋਂ ਆਪਾਂ ਜ਼ਿਆਦਾ ਖਾ ਲਈਏ ਕੀ ਹੋ ਜਾਂਦੀ, ਆਪਾਂ ਨੂੰ ਬਦਹਜ਼ਮੀ ਹੋ ਜਾਂਦੀ ਹੈ। ਤਾਂ ਉਵੇਂ ਜ਼ਿਆਦਾ ਪੜ੍ਹ ਲਈਏ, ਜ਼ਿਆਦਾ ਵਾਰ-ਵਾਰ ਵੀਡੀਓ ਦੇਖ ਲਈਏ ਤਾਂ ਦਿਮਾਗ ਦੇ ਵਿੱਚੋਂ ਫਲੋ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸਿੱਧੂ ਮੂਸੇਵਾਲੇ ਦੇ ਕਹਿਣ ਤਰ੍ਹਾਂ ਉੱਚੀਆਂ ਨੇ ਗੱਲਾਂ ਫਿਰ ਤੇਰੇ ਯਾਰ ਦੀਆਂ, ਉਹ ਗੱਲ ਬਣ ਜਾਂਦੀ ਹੈ, ਫਿਰ ਉੱਚੀਆਂ ਹੀ ਜਾਂਦੀਆਂ, ਸਿਰ ਦੇ ਉੱਤੋਂ ਹੀ ਲੰਘਦੀਆਂ ਸਾਰਾ ਕੁਝ। ਤਾਂ ਇਹ ਰਾਈਟ ਟਾਈਮ ਆ ਯਾਰ, ਰਿਲੈਕਸ ਹੋ ਕੇ ਪੜ੍ਹੋ। ਤੁਹਾਨੂੰ 1 ਘੰਟੇ ਦੀ ਵੀਡੀਓ ਮਿਲਦੀ ਆ, ਇਹਨੂੰ ਇੱਕ ਵਾਰ ਦੇਖੋ ਵੀਡੀਓ ਨੂੰ, ਫਿਰ ਇੱਕ ਵਾਰੀ ਸੈਲਫ ਸਟੱਡੀ ਕਰੋ PDF ਤੋਂ। ਜੇ ਕੋਈ ਚੀਜ਼ ਨਹੀਂ ਪਤਾ ਲੱਗਦੀ ਫਿਰ ਦੁਬਾਰਾ ਵੀਡੀਓ ਰਿਪੀਟ ਕਰ ਲਓ ਵੀ ਸਰ ਨੇ ਕੀ ਬੋਲਿਆ ਸੀ ਕਿਹੜੇ ਪੁਆਇੰਟ ਤੇ। ਠੀਕ ਹੈ। ਕਈ ਵਾਰ ਕੀ ਹੁੰਦਾ ਕਿ ਸੁਣਨ ਦੇ ਨਾਲ, ਪੜ੍ਹਨ ਦੇ ਨਾਲੋਂ ਸੁਣਨ ਦੇ ਨਾਲ ਜ਼ਿਆਦਾ ਬੰਦੇ ਦੇ ਦਿਮਾਗ 'ਚ ਬੈਠਦਾ ਹੈ। ਓਕੇ। ਤਾਂ ਉਹ ਕੁਐਸਚਨ ਦਾ ਆਨਸਰ ਤੁਸੀਂ ਕਰਕੇ ਜਾਣਾ। ਕਹਿੰਦਾ ਇਹਨਾਂ ਵਿੱਚੋਂ ਕਿਹੜਾ ਇੱਕ ਚਰਬੀ ਦੇ ਨਾਲ ਘੁਲਣਸ਼ੀਲ ਵਿਟਾਮਿਨ ਹੈ। ਤੇ ਮੈਂ ਬਹੁਤ ਵਧੀਆ ਢੰਗ ਦੇ ਨਾਲ ਕਰਾਏ ਆ, ਕਿਹੜੇ ਚਰਬੀ ਵਾਲੇ ਆ ਤੇ ਕਿਹੜੇ ਪਾਣੀ ਵਾਲੇ ਆ, ਤੁਸੀਂ ਆਨਸਰ ਕਰਨਾ ਹੈ। ਇੱਕ ਕੁਐਸਚਨ ਹੋਰ ਪੁੱਛਿਆ, 2 ਕੁਐਸਚਨ ਪੁੱਛੇ ਆ। ਆਹ ਕੁਐਸਚਨ ਦਾ ਜਵਾਬ ਜਿਹੜੇ ਬੰਦੇ ਨੇ ਸਹੀ ਦਿੱਤਾ ਨਾ, ਇਹਦਾ ਮਤਲਬ ਕਿ ਉਹ ਬੰਦਾ ਸੈਲਫ ਸਟੱਡੀ ਵੀ ਕਰਦਾ, ਮੇਰੀ ਇਹ ਵੀਡੀਓ ਤੋਂ ਦੇਖ ਹੀ ਰਿਹਾ, ਨਾਲ ਸੈਲਫ ਸਟੱਡੀ ਵੀ ਕਰ ਰਿਹਾ। ਕਹਿੰਦਾ ਵਿਟਾਮਿਨ ਦਾ ਨਾਮ ਦੱਸੋ ਜੋ ਹਾਰਮੋਨ ਤੇ ਵਿਜ਼ੂਅਲ ਪਿਗਮੈਂਟ ਦੇ ਲਈ ਕੰਮ ਕਰਦਾ। ਵੈਸੇ ਤਾਂ ਮੈਂ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਕਰਾਇਆ, ਜਿਹਨੇ ਕੱਲੀ ਵੀਡੀਓ ਦੇਖਦਾ ਨਾ ਉਹ ਵੀ ਆਨਸਰ ਕਰ ਸਕਦਾ। ਠੀਕ ਹੈ। ਤਾਂ ਵਿਟਾਮਿਨ ਦਾ ਨਾਮ ਦੱਸਣਾ ਜਿਹੜਾ ਹਾਰਮੋਨ ਵਾਸਤੇ ਜਾਂ ਵਿਜ਼ੂਅਲ ਪਿਗਮੈਂਟ ਵਾਸਤੇ ਕੰਮ ਕਰਦਾ ਰਾਜੇ। ਤਾਂ ਇਹ ਨਾਮ ਥੱਲੇ ਦਿੱਤੇ ਪਏ ਆ, ਸਾਰੇ ਵਿਗਿਆਨਿਕ ਨਾਮ ਦਿੱਤੇ ਆ, ਡਾਇਰੈਕਟ ਨਹੀਂ ਦਿੱਤਾ ਹੋਇਆ। ਤਾਂ ਇਹ ਇੱਕ ਹਾਈ ਲੈਵਲ ਦਾ ਕੁਐਸਚਨ ਆ, ਸਭ ਨੇ ਇਹਦਾ ਆਨਸਰ ਕਰਕੇ ਜਾਣਾ ਹੈ। ਤਾਂ ਆਈ ਹੋਪ ਤੁਸੀਂ ਸਾਰੇ ਹਾਰਡ ਵਰਕ ਕਰ ਰਹੇ ਹੋਵੋਗੇ ਰਾਜੇ। ਤਾਂ ਮੈਂ ਤੁਹਾਨੂੰ ਡੋਜ਼ ਤਾਂ ਦਿੰਦਾ ਹੁੰਦਾ ਕਿ ਤੁਸੀਂ ਹਾਰਡ ਵਰਕ ਕਰਦੇ ਰਹੋ, ਓਬੇਸਲੀ ਨਾ ਹੋਵੋ, ਕਿਉਂਕਿ ਡੇਲੀ ਮੈਨੂੰ ਇੱਦਾਂ ਦੇ ਨੈਗੇਟਿਵ ਮੈਸੇਜ ਵੀ ਬਹੁਤ ਮਿਲਦੇ ਆ। ਤੁਹਾਡੇ ਨਹੀਂ ਮੈਂ ਕਹਿ ਰਿਹਾ, ਚਾਹੇ ਉਹ ਚੈਨਲ ਦੇ ਸਟੂਡੈਂਟ ਹੁੰਦੇ ਨੇ ਕਿ ਹੁਣ ਤਾਂ ਪੇਪਰ ਨਹੀਂ ਹੁੰਦਾ ਜੀ, ਹੁਣ ਤਾਂ ਬਸ ਖਤਮ ਹੋਇਆ ਜੀ ਸਭ ਕੁਝ, ਪੇਪਰ ਪਤਾ ਨਹੀਂ ਕਦੋਂ ਹੋਊਗਾ। ਕੋਈ ਕਹਿੰਦਾ ਜੀ 3 ਜਨਵਰੀ ਨੂੰ ਪੇਪਰ ਪਾਤਾ ਕਿਸੇ ਚੈਨਲ ਵਾਲੇ ਨੇ। ਤਾਂ ਭਾਈ ਜਿਹੜੇ ਫੇਕ ਚੀਜ਼ਾਂ ਉਹਨਾਂ ਤੋਂ ਦੂਰ ਰਿਹਾ ਕਰੋ, ਜਿਹੜੇ ਫੇਕ ਨਿਊਜ਼ ਪਾਉਂਦੇ ਨੇ, ਐਵੇਂ ਟਾਈਮ ਵੇਸਟੇਜ ਆ। ਆਪਣੀ ਸਟੱਡੀ ਕਰਿਆ ਕਰੋ। ਜੇ ਕੋਈ ਵਿਹਲਾ ਟਾਈਮ ਹੁੰਦਾ ਤੁਹਾਡਾ ਤਾਂ ਆਪਦੇ ਘਰਦਿਆਂ ਨਾਲ ਹੈਲਪ ਕਰਿਆ ਕਰੋ, ਆਪਣੇ ਮਾਂ-ਬਾਪ ਦੀ ਹੈਲਪ ਕਰਿਆ ਕਰੋ। ਰਾਈਟ। ਧੰਨਵਾਦ। ਠੀਕ ਹੈ। ਬਾਬਾ ਮਿਹਰ ਕਰੇ, ਸਰਬਤ ਦਾ ਭਲਾ। ਮਿਹਨਤਾਂ ਕਰੋ, ਮਿਹਨਤਾਂ ਦਾ ਹੀ ਮੁੱਲ ਪਊਗਾ। ਰਾਈਟ। ਠੀਕ ਹੈ। ਜੇ ਕੋਈ ਗੱਲ ਮੇਰੀ ਕੌੜੀ ਲੱਗਦੀ ਹੈ ਭਾਈ, ਉਹਨੂੰ ਹੁਣ ਦਿਮਾਗ ਦੇ ਵਿੱਚ ਨਾ ਬਿਠਾਇਓ, ਕਿਉਂਕਿ ਇਹ ਕਈਆਂ ਹੋਈਆਂ ਗੱਲਾਂ ਸਾਨੂੰ ਵੀ ਕਿਸੇ ਨੇ ਕਹੀਆਂ ਸਾਡੇ ਕੰਮ ਆਈਆਂ ਨੇ, ਉਹੀ ਅਸੀਂ ਤੁਹਾਨੂੰ ਅੱਗੇ ਕਹਿ ਦਿੰਦੇ ਨੇ, ਕਦੇ ਨਾ ਕਦੇ ਤੁਹਾਡੇ ਕੰਮ ਆਉਣਗੀਆਂ। ਜਦੋਂ ਤੁਸੀਂ ਵਾਰ ਅਟੈਂਡੈਂਟ ਲੱਗ ਗਏ ਫਿਰ ਤੁਸੀਂ ਯਾਦ ਕਰਿਆ ਕਰੋਗੇ ਕਿ ਸਰ ਸਾਨੂੰ ਰੋਜ਼ ਡੋਜ਼ ਦਿੰਦੇ ਸੀਗੇ, ਤਾਂ ਅਸੀਂ ਥੋੜ੍ਹੀ ਬਹੁਤੀ ਸ਼ਰਮ ਮੰਨਦੇ ਸੀ, ਤਾਂ ਹੀ ਅਸੀਂ ਪੜ੍ਹਦੇ ਸੀ, ਅਤੇ ਪੜ੍ਹ ਕੇ ਅਸੀਂ ਕੀ ਕਰ ਗਏ, ਜੋਬ ਲੱਗ ਗਏ। ਠੀਕ ਹੈ। ਧੰਨਵਾਦ। ਸਤਿ ਸ਼੍ਰੀ ਅਕਾਲ।